ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਹਫਤੇ ਅਸੀਂ ਆਪਣੀ ਕਲਾਸ ਦੀ ਸ਼ੁਰੂਆਤ ਸਿੰਗਿੰਗ ਰਾਹੀਂ ਕਰਦੇ ਹਾਂ। ਤੇ ਮੈਂ ਰਿਕੁਐਸਟ ਕਰਾਂਗਾ ਗਨੀਵ ਜੀ ਨੂੰ ਕਿ ਉਹ ਪਲੀਜ਼ ਸਾਡੇ ਨਾਲ ਅੱਜ ਦਾ ਜਿਹੜਾ ਸ਼ਬਦ ਹੈ ਪਲੀਜ਼ ਉਸ ਦੀ ਸਿੰਗਿੰਗ ਦੀ ਸਾਂਝ ਕਰਨ। ਹਾਂਜੀ ਗਨੀਵ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नारायण नरपत नमस्कार, नारायण नरपत नमस्कार, नारायण नरपत नमस्कार। ऐसे गुर को बल बल जाइए, ऐसे गुर को बल बल जाइए। आप मुकत मोहितारे, नारायण नरपत नमस्कार, नारायण नरपत नमस्कार। ऐसे गुर को बल बल जाइए, ऐसे गुर को बल बल जाइए। आप मुकत मोहितारे, नारायण नरपत नमस्कार, नारायण नरपत नमस्कार। कवन 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 गुण कहिए, कवन 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 गुण कहिए। अंत नहीं गछ पाए, नहीं गछ पाए। इधर आइए देख। लाख लाख कई कोरे, लाख 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 कई कोरे को है सो विचार, को है सो विचार, ओ है सो विचार। नारायण नरपत नमस्कार, नारायण नरपत नमस्कार। विषम 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 ही पई है, विषम 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 ही पई है। लाल गुलाल रंगा, लाल गुलाल रंगा। कहो नानक संतन रस आई है, कहो नानक संतन रस आई है। जो चाख गूंगा मुस्कान, चाख गूंगा मुस्कान। जो चाख गूंगा मुस्कान। नारायण नरपत नमस्कार, नारायण नरपत नमस्कार। ऐसे गुर को बल बल जाइए, ऐसे
गुर गोबल बल जाइए आप मुकत मोहित नारायण नरपत नमस्कार नारायण नरपत नमस्कार नारायण नरपत नमस्कार। वाहिगुरु जी का खालसा वाहिगुरु जी की फतेह। थैंक यू गनीव जी। ਅਸੀਂ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਫਿਰ ਸਾਡੇ ਨਾਲ ਗੁਰਬਾਣੀ ਦਾ ਇੱਕ ਕੀਮਤੀ ਸ਼ਬਦ ਸਾਂਝ ਕੀਤਾ ਹੈ ਤੇ ਆਈ ਥਿੰਕ ਇਹ ਸ਼ਬਦ ਵੀ ਕਾਫੀ ਸੈਲਫ ਐਕਸਪਲੇਨੇਟਰੀ ਹੈ ਕਿ ਅਸੀਂ ਉਸ ਗੁਰ ਤੋਂ ਬਲ-ਬਲ ਜਾਂਦੇ ਹਾਂ ਜਿਹੜਾ ਆਪ ਹਰ ਦਵੈਤ ਦੁਬਿਧਾ ਤੋਂ ਦੂਰ ਹੈ ਜਿਸ ਕਰਕੇ ਉਹ ਮੈਨੂੰ ਵੀ ਉसी तरह ਦੀ ਜੀਵਨ ਜਾਂਚ ਬਖਸ਼ਦਾ ਹੈ। ਸੋ ਹੁਣ ਮੈਂ ਰਿਕੁਐਸਟ ਕਰਾਂਗਾ ਪੁਸ਼ਪਿੰਦਰ ਵੀਰ ਨੂੰ ਕਿ ਪਲੀਜ਼ ਉਹ ਸਾਡੇ ਨਾਲ ਪਿਛਲੇ ਹਫਤੇ ਦਾ ਰੀਕੈਪ ਸਾਂਝ ਕਰਨ ਤੇ ਉਸ ਤੋਂ ਬਾਅਦ ਵੀਰ ਜੀ ਸਾਡੇ ਨਾਲ ਅੱਜ ਦਾ ਨਵਾਂ ਟੌਪਿਕ ਸ਼ੁਰੂ ਕਰਨ। ਹਾਂਜੀ ਪੁਸ਼ਪਿੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਚਾਨਣ ਵਿੱਚ ਅਖਾਣ ਜਿਹੜੀ ਇਹ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿਹੜਾ ਪਿਛਲੀ ਵਾਰੀ ਅਖਾਣ ਸਾਂਝ ਕੀਤਾ ਸੀਗਾ ਉਹ ਸੀਗਾ ਗਾਉਣਾ, ਟੇਢੀ ਚਾਲ ਚੱਲਣਾ, ਵੇਲੇ ਦਾ ਰਾਗ ਗਾਉਣਾ। ਗਾਉਣਾ, ਵੇਲੇ ਦਾ ਰਾਗ ਗਾਉਣਾ, ਇਹ ਦੋਨੋਂ ਇੱਕ ਤੋਂ ਬਾਅਦ ਇੱਕ ਨੇ। ਜਪਜੀ ਸਾਹਿਬ ਦੇ ਵਿੱਚ ਵੀ ਜਦੋਂ ਤੀਸਰੀ ਪੌੜੀ ਆਉਂਦੀ ਹੈ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਤੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਇਹ ਜਿਹੜੀ ਤਾਕਤ ਹੈ ਔਰ ਉੱਥੇ ਲਫ਼ਜ਼ ਆਇਆ ਗਾਵੇ। ਜਦੋਂ ਗਾਵੇ ਅਸੀਂ ਲਫ਼ਜ਼ ਜਿੱਥੇ ਵੀ ਗੁਰਬਾਣੀ ਦਾ ਦੇਖਦੇ ਹਾਂ ਗੁਰਬਾਣੀ ਵਿੱਚ। ਸੌਰੀ ਪੁਸ਼ਪਿੰਦਰ ਜੀ, ਆਈ ਥਿੰਕ ਤੁਹਾਡੀ ਆਵਾਜ਼ ਨਾ ਹਲਕੀ ਦੀ ਆਈ ਥਿੰਕ 에ਅਰ ਜਾਂ ਤੁਹਾਡਾ ਮਾਈਕ ਜਾਂ ਵਿੱਚ 에ਅਰ ਬਲੋ ਕਰ ਰਹੀ ਹੈ ਤਾਂ ਉਹ ਹਲਕੀ ਹਲਕੀ ਫਰ ਕਰ ਰਹੀ ਹੈ। ਅੱਛਾ ਜੀ, ਹਾਂਜੀ ਹੁਣ ਮੈਂ ਦੁਬਾਰਾ ਟਰਾਈ ਕਰਦਾ। ਦੇਖੋ ਹਾਂਜੀ ਪਲੀਜ਼। ਜਦੋਂ ਗਾਵੇ ਦੀ ਗੱਲ ਆਉਂਦੀ ਹੈ ਤਾਂ ਗੁਰਬਾਣੀ ਅੰਦਰ ਗਾਵੇ ਦਾ ਲਿਟਰਲ ਮੀਨਿੰਗ ਗਾਉਣਾ ਨਹੀਂ ਲਿਆ ਗਿਆ। ਉਹ ਕਿਉਂ ਨਹੀਂ ਲਿਆ ਗਿਆ? ਕਿਉਂਕਿ ਗਾਵੇ ਨੂੰ ਗਾਉਣ ਨੂੰ ਜਿਹੜਾ ਸਿੰਗਿੰਗ ਹੈ, ਜਿਹੜੀ ਗਾਇਕੀ ਹੈ, ਉਸ ਬਾਰੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜਾ। ਸੋ ਇਸੇ ਹੀ ਮਜ਼ਮੂਨ ਦੀਆਂ ਹੋਰ ਵੀ ਬਹੁਤ ਸਾਰੀਆਂ ਪੰਕਤੀਆਂ ਸਾਨੂੰ ਗੁਰਬਾਣੀ ਅੰਦਰ ਮਿਲ ਜਾਂਦੀਆਂ। ਸੋ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਗਾਵੇ has something very deeper meaning और वो सिर्फ गायकी तक महदूद नहीं है। गाउना, नाद, सुर विच गाउना या वेले दा राग गाउना, इस तरह दियां टर्म्स असी जिवें सहजे सहजे विचार कर रहे हैं ਉਹਦੇ ਨਾਲ ਸਾਨੂੰ ਗੁਰਬਾਣੀ ਦੇ ਜਿਹੜੇ ਕਨਸੈਪਟਸ ਨੇ ਉਹ ਹੌਲੀ ਹੌਲੀ ਕਲੀਅਰ ਹੁੰਦੇ ਜਾ ਰਹੇ ਨੇ।
सो गावे जिहड़ा है वो है कि जिस वल मेरा ध्यान, जिस वल मेरी सुरत लगी हुई है, उस नूं गाउणा। हुण गाउण लई सानूं साज चाहीदे हुंदे ने। जे बाहरी अगर लिटरल मीनिंग अगर करते हैं तो गाउण लई साज चाहीदे ने, और साजां दा सुर दे विच होना बहुत जरूरी है। हुण साजां नूं अगर सुर करन दा तरीका देखिए तो वो ये है कि एक सुर दी जिहड़ी फ्रीकुएंसी है वो दूसरे दे नाल मैच करदी होवे, भावें गायकी वेले, भावें तबला वजाण वेले, भावें स्ट्रिंग इंस्ट्रूमेंट्स नूं सुर करन वेले। ਉਹਦਾ ਮਾਇਨਾ ਇਹ ਹੈ ਕਿ ਇੱਕ ਜਿਹੜਾ ਸਾਜ਼, ਜਿਹੜੀ ਆਵਾਜ਼ ਉਹਦੇ ਵਿੱਚੋਂ ਨਿਕਲ ਰਹੀ ਹੈ, ਉਸ ਦੇ ਨਾਲ ਹੂ ਬਹੂ ਸੇਮ ਫ੍ਰੀਕੁਐਂਸੀ ਦੀ ਆਵਾਜ਼ ਦੂਸਰੇ ਸਾਜ਼ ਦੇ ਵਿੱਚੋਂ ਜਾਂ ਗਾਇਕੀ ਦੇ ਦੌਰਾਨ ਗਲੇ ਨਾਲ ਕੱਢੀ ਜਾਵੇ, ਤਾਂ ਉਸ ਨੂੰ ਕਹਿੰਦੇ ਕਿ ਅਗਰ ਤੇ ਉਹ ਮੈਚ ਕਰ ਰਿਹਾ, ਅਗਰ ਤੇ ਫ੍ਰੀਕੁਐਂਸੀ ਸੇਮ ਹੈ, तो उसनूं कहंदे आ कि यह बिल्कुल सुर दे विच है। जे सुर विच नहीं तां बेसुरा। सुर दे विच है यानी कि फ्रीकुएंसी मैच कर रही है। हुण मैनूं अपने एक्शनस नूं सुर करना है। मेरा जिहड़ा शरीर है, इस शरीर नूं मैं सुर करना है। सुर किहदे नाल करना है? सुर करना मैं सतगुर दी बाणी दे नाल। एक मिकता मैनू चाहिदी है, जो गुर कहिया सा कार कमावो। जिस तरह दा सुनेहा, जिस तरह दा रब्बी पैगाम, खुदाई पैगाम मेरे अंदरों आ रहा है, उस दे नाल मेरे एक्शंस दी फ्रीकुएंसी बिल्कुल मैच करदी होवे। रब्बी गुणा दे नाल बिल्कुल उहदी फ्रीकुएंसी, मेरे एक्शंस दी फ्रीकुएंसी मैच करदी होवे, तां ਉਹਨੂੰ ਕਹਾਂਗੇ ਕਿ ਇਹ ਅਸਲ ਮਾਇਨੇ ਦੇ ਵਿੱਚ ਮੈਂ ਗਾਇਨ ਕਰ ਰਿਹਾ ਹਾਂ। ਕੀ ਗਾਇਨ ਕਰ ਰਿਹਾ? ਰੱਬੀ ਗੁਣਾਂ ਨੂੰ ਗਾਇਨ ਕਰ ਰਿਹਾ। ਰੱਬੀ ਗੁਣ ਇੱਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਸਾਨੂੰ ਗੁਰਬਾਣੀ ਵਿੱਚ ਦੱਸੇ ਗਏ ਹਨ। ਸੋ ਅਗਰ ਮੇਰੇ ਐਕਸ਼ਨਸ ਬਿਲਕੁਲ ਮੈਚ ਕਰ ਜਾਂਦੇ ਹਨ ਰੱਬੀ ਗੁਣਾਂ ਦੇ ਨਾਲ, ਤਾਂ ਮਤਲਬ ਉਹ ਸੁਰ ਹੋ ਗਏ। ਸੁਰ ਵਿੱਚ ਗਾ ਰਿਹਾ। ਗਾਵੇ, ਉਸ ਤੋਂ ਬਾਅਦ ਅਸੀਂ ਵੇਲੇ ਦਾ ਰਾਗ ਗਾਉਣਾ ਅਤੇ ਟੇਢੀ ਚਾਲ ਚੱਲਣਾ। ਇਹ ਵੀ ਸਮਝਿਆ ਸੀਗਾ ਕਿ ਕਿਸ ਤਰ੍ਹਾਂ ਅਸੀਂ ਮੈਨੀਪੂਲੇਸ਼ਨਸ ਕਰਕੇ, ਕਿਸ ਤਰ੍ਹਾਂ ਅਸੀਂ ਕੋਝੀਆਂ ਚਾਲਾਂ ਚੱਲਦੇ ਹਾਂ ਤੇ ਗੁੱਸੇ ਨੂੰ ਔਰ ਆਪਣੇ ਕੋਝੇ ਬੋਲਾਂ ਨੂੰ ਜਸਟੀਫਾਈ ਕਰਦੇ ਰਹਿੰਦੇ ਆ। ਸੋ ਇਹ ਜਿਹੜੀ ਸ਼੍ਰੰਖਲਾ ਚੱਲ ਰਹੀ ਹੈ, ਇਹ ਜਿਹੜੀ ਸੀਰੀਜ਼ ਚੱਲ ਰਹੀ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ ਦੀ, ਉਸ ਦੇ ਵਿੱਚ ਅਸੀਂ ਹੁਣ ਅੱਗੇ ਚੱਲਾਂਗੇ ਕਿ ਟੇਢੀ ਚਾਲਾਂ ਚੱਲਣਾ ਅਤੇ ਅੱਗੇ ਦਾ ਜਿਹੜਾ ਅਖਾਣ ਹੈ ਨਰਕ ਭੋਗਣਾ। ਸੋ ਵੀਰ ਜੀ ਸਾਡੇ ਨਾਲ ਜੁੜ ਚੁੱਕੇ ਹਨ। ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਵੀਰ ਜੀ ਅਗਰ ਆਪ ਜੀ ਅਵੇਲੇਬਲ ਹੋ ਤਾਂ ਪਲੀਜ਼ ਆਪ ਜੀ ਇੱਕ ਆਪਣਾ ਕੈਮਰਾ ਔਨ ਕਰ ਲਓ ਜੀ, ਮਾਈਕ ਔਨ ਕਰ ਸਕਦੇ ਹੋ ਆਪ ਜੀ। ਤੇ ਅਸੀਂ ਅੱਜ ਦਾ ਜਿਹੜਾ ਸੈਸ਼ਨ ਹੈ, ਹੈਲੋ ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਅਸਲਾਮ ਅਲੈਕਮ, ਗੁੱਡ ਮਾਰਨਿੰਗ ਔਰ ਗੁੱਡ ਈਵਨਿੰਗ। ਤੁਹਾਡੇ ਸਭ ਦਾ ਧੰਨਵਾਦ। ਅਮਨ ਜੀ ਤੁਸੀਂ ਸਟਾਰਟ ਕੀਤਾ, ਤੁਹਾਡਾ ਵੀ ਧੰਨਵਾਦ। ਔਰ ਗਨੀ ਬੱਚੀ ਨੇ ਇੰਨਾ ਸੋਹਣਾ ਸ਼ਬਦ ਗਾਇਆ, ਨਾਰਾਇਣ ਅਰਪਤ ਨਮਸਕਾਰ ਹੈ ਅਸੀਂ ਗੁਰ ਕੋ ਬਲ ਬਲ ਜਾਈਏ। ਆਪ ਮੁਕੱਦਮੇ ਤਾਰੇ ਗਨੀਮ ਨੇ ਬਹੁਤ ਸੋਹਣਾ ਗਾਇਆ। ਥੈਂਕ ਯੂ ਗਨੀਮ ਜੀ, ਥੈਂਕਸ ਟੂ ਆਲ ਇਨ ਯੂਰ ਫੈਮਿਲੀ। ਤੇ ਪੁਸ਼ਪਿੰਦਰ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਰੀਕੈਪ ਇਤਨਾ ਸੋਹਣਾ ਕੀਤਾ। ਤੇ ਅੱਜ ਤੁਸੀਂ ਬੜਾ ਸੋਹਣਾ ਨਵਾਂ ਪੁਆਇੰਟ ਦੱਸਿਆ, ਵੈਰੀ ਨਾਈਸ, ਕਿ ਜਦੋਂ ਅਸੀਂ ਸਟ੍ਰਿੰਗ ਇੰਸਟਰੂਮੈਂਟਸ ਔਰ ਬਾਕੀ ਸਾਰੇ ਤਬਲਾ ਵਗੈਰਾ ਸਾਰਿਆਂ ਨੂੰ ਗਾਇਕੀ ਵਿੱਚ ਗਾਉਂਦੇ ਹਾਂ ਤੇ ਉਹ ਸਾਰੇ ਫਿਰ ਇੱਕੋ ਫ੍ਰੀਕੁਐਂਸੀ ਤੇ
इको पिच ते इको ट्यून दे सुर दे हिसाब दे नाल ट्यून्ड होने चाहिए ने। ते इंज ही साडा सुभाव ही है। ਇਹਦਾ मतलब साडे सुभाव च एक भी साडा बेसुरा हो जाए ਤਾਂ ਸਾਡੀ ਸ਼ਖਸੀਅਤ ਤੇ ਫਰਕ ਪੈਂਦਾ ਹੈ। ਤੇ ਮੈਂ ਰੋਮ ਰੋਮ ਕਰਕੇ ਅੰਗ ਅੰਗ ਕਰਕੇ ਆਪਣੇ ਹਰ ਥਾਟ ਪ੍ਰੋਸੈਸ ਆਪਣੇ ਅੰਦਰ ਦੀ ਹਰ ਫੈਕਲਟੀ ਵਿੱਚ ਜੇਕਰ ਮੈਂ ਰੱਬੀ ਗੁਣਾਂ ਨੂੰ ਜੀਣਾ ਸਿੱਖ ਜਾਵਾਂ ਤਾਂ ਮੇਰੀ ਫੁੱਲ ਬੋਡੀ ਗਾਵੇ ਦੀ ਅਵਸਥਾ 'ਚ। ਇਹ ਤੁਸੀਂ ਪੁਸ਼ਪਿੰਦਰ ਜੀ ਬਹੁਤ ਸੋਹਣਾ ਮੈਸੇਜ ਦਿੱਤਾ। थैंक्स ए लॉट। क्योंकि जो फुली ट्यून्ड असी हो जाते हैं तो उहदा सानू पहला आनंद आंदा है ते साडे कारण साडे चारों पासे जिहड़े बाकी दे लोग हन अते समाज है उस दे भले वास्ते असी अपना जीवन बना सकते हैं। थैंक यू। सो ते इस तो बाद तुसी टेढ़ी चाल ਦੀ ਗੱਲ ਕੀਤੀ ਤੇ ਵਾਕਈ ਇਹ ਤੁਹਾਡਾ ਰੀਕੈਪ ਬਹੁਤ ਅੱਛਾ ਸੀ। ਸੋ ਅਸੀਂ ਜਦੋਂ ਕੁਮਤ ਦਾ ਪੱਲਾ ਫੜ ਲੈਂਦੇ ਹਾਂ ਤਾਂ ਕੁਮਤ ਵੇਲੇ ਸਾਨੂੰ ਦੋਨੋਂ ਖਿਆਲ ਭਾਵੇਂ ਆਉਂਦੇ ਹੋਣ ਕਿ ਮੈਂ ਚੰਗਾ ਕਰਾਂ ਜਾਂ ਮੰਦਾ ਕਰਾਂ, ਪਰ ਅਸੀਂ ਅਲਟੀਮੇਟਲੀ ਪ੍ਰੈਕਟਿਸ ਨੈਗੇਟਿਵ ਦੀ ਹੀ ਕਰਦੇ ਆ। ਜਦੋਂ ਅਸੀਂ ਪ੍ਰੈਕਟਿਸ ਨੈਗੇਟਿਵ ਦੀ ਕਰਦੇ ਹਾਂ ਤਾਂ ਮਾਨੋ ਅਸੀਂ ਡੁਐਲਿਟੀ 'ਚ ਹਾਂ, ਔਰ ਡੁਐਲਿਟੀ ਵਿੱਚ ਸਾਡੇ ਸਾਹਮਣੇ ਦੋਨੋਂ ਆਪਸ਼ਨਸ ਆਈਆਂ, ਪਰ ਅਸੀਂ ਹਮੇਸ਼ਾ ਰਾਈਟ ਵਾਲੀ, ਠੀਕ ਵਾਲੀ, ਡਿਵਾਈਨ ਵਾਲੀ, ਸਭ ਦੇ ਭਲੇ ਵਾਲੀ ਆਪਸ਼ਨ ਜਿਸਨੂੰ ਆਈਡੀਅਲਸ ਕਹਿੰਦੇ ਆ ਉਸ ਨੂੰ ਛੱਡ ਕੇ ਤੇ ਹਮੇਸ਼ਾ ਨੈਗੇਟਿਵ ਵਾਲੀ ਜਿਸਨੂੰ ਅਸੀਂ ਵਾਈਸਿਸ ਬੋਲਦੇ ਆ, ਕਦੇ ਵਿਕਾਰ ਬੋਲਦੇ ਆ, ਕਦੇ ਅਨਐਥੀਕਲ ਬੋਲਦੇ ਆ। ਅੱਖਰ ਤੇ ਬਹੁਤ ਸਾਰੇ ਨੇ ਪਰ ਅੱਖਰਾਂ ਦੇ ਬਦਲੇ ਗੱਲ ਤੇ ਇਹ ਸਮਝਣੀ ਹੈ ਕਿ ਫਿਰ ਮੈਂ ਐਕਸ਼ਨ ਮੇਰਾ ਨੈਗੇਟਿਵ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਵਿਕਾਰਾਂ ਨੇ ਮੈਨੂੰ ਬੌਦਰ ਕੀਤਾ ਤੇ ਸਗਲਾ ਖਾਇਆ ਮਾਸ ਹੈ, ਬਾਹਰਲੇ ਮਾਸ ਨੂੰ ਨਹੀਂ ਕਹਿੰਦੇ ਨੇ। ਸੋ ਮੈਂ ਮਨ ਕਰਕੇ ਲੂਜ਼ਰ ਹੋਇਆ ਤੇ ਮੇਰਾ ਮਨ ਵਿਕਾਰੀ ਹੋ ਗਿਆ। ਮੇਰੇ ਮਨ ਦਾ ਅੰਦਰ ਜਿਹੜਾ ਇਨਵਿਜ਼ੀਬਲ ਸਾਰਾ ਸਰੀਰ ਹੈ, ਮਨ ਦੀਆਂ ਅੱਖਾਂ ਤੋਂ ਲੈ ਕੇ ਮਨ ਦੇ ਅੱਖ ਨੱਕ ਕੰਨ ਤੋਂ ਲੈ ਕੇ ਸਾਰਾ ਮਨ ਦਾ ਆਪਣਾ ਅੰਦਰ ਦਾ ਤਨ ਖਰਾਬ ਹੋ ਗਿਆ। ਉਹਨੂੰ ਵਿਕਾਰਾਂ ਰੂਪੀ ਕਾਂ ਨੇ ਬੌਦਰ ਕੀਤਾ। ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਇਹ ਦੋਏ ਨੇ ਨਾ ਮਤ ਛੂਹੋਂ, ਮਨੋ ਡੁਐਲਿਟੀ ਦੀ ਮਤ ਨੇ ਟੱਚ ਕਰ ਲਿਆ ਔਰ ਅਲਟੀਮੇਟਲੀ ਮੈਂ ਰੱਬ ਨੂੰ ਲੂਜ਼ ਕਰ ਗਿਆ ਤੇ ਮੈਂ ਵਿਜ਼ਡਮ ਨੂੰ ਲੂਜ਼ ਕਰਕੇ, ਰੱਬ ਮਤਲਬ ਵਿਜ਼ਡਮ ਨੂੰ ਲੂਜ਼ ਕਰਕੇ ਟੇਢੇ ਕਦਮ ਰੱਖਣੇ ਸ਼ੁਰੂ ਕਰ ਦਿੱਤੇ। ਮੈਂ ਭੁਲਾਵਾ ਭਗਦਾ मत मैली हो जाए, मेरी मत मैली हो गई क्योंकि मैं कदम गलत रखने शुरू किए। या उल्टा इंज कर सकते हैं कि मेरी मत ज्यों ही डुअलिटी च फसी मैं गलत कदम रखने शुरू कर दिते। सो दोनों पासे असी उसनू टिका सकते हैं। अल्टीमेटली असी टेढ़ी चाल चलना शुरू कर देते हैं। भावें दुनिया दे सामने टुरन वेले मेरी चाल ते सीधी है, मैं लंगड़ा के ना चला, पर मन करके मन लंगड़ा हो गया। रूहला टुंडा अंधला कह गल लग गया है। वो विजडम नू रब नू एम्ब्रेस नहीं कर सकता जिहड़ा टेढ़ियां चालां चलन लग पैंदा, क्योंकि वो मन करके पिंगला हो गया। जिहड़ा इंसान मन करके पिंगला हो जाता है ना, वो अपनी जिंदगी विच निक्की निक्की गल ते उसनू पहाड़ बना के और अपने वास्ते हर्डल क्रिएट कर लेंदा है और अपसेट हो जाता है। पर जो सतगुर दी मत ले लवे तां ओनू कहंदे ने ओयो पिंगला, ओयो हैडी क्या है, पिंगल पर्बत पार परे। ओ अपनी किसी भी जिंदगी दे
ਕਿਸੇ ਵੀ ਪੜਾਅ ਵਿੱਚ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਜਿਹੜੀ ਵੀ ਮੁਸ਼ਕਲ ਆਵੇ ਉਹਨੂੰ ਪਰਬਤ ਨੂੰ ਪਾਰ ਕਰਨ ਦੀ ਉਹਨੂੰ ਸਮਝ ਆ ਜਾਂਦੀ ਹੈ। ਤੇ ਜਦੋਂ ਅਸੀਂ ਕਈ ਵਾਰੀ ਐਗਜ਼ਾਮਪਲ ਦਿੱਤਾ ਹੈ ਕਿ ਨਿੱਕੇ ਬੱਚੇ ਦੇ ਇੱਥੇ ਕੱਟ ਲੱਗ ਗਿਆ ਤੇ ਬੱਚਾ ਰੋ ਰਿਹਾ ਹੈ, ਬੱਚਾ ਘਬਰਾ ਰਿਹਾ ਹੈ, ਬੱਚਾ ਡਰ ਰਿਹਾ, ਦੇਖੋ ਦੇਖੋ ਮੰਮੀ ਦੇਖੋ ਖੂਨ ਨਿਕਲ ਆਇਆ, ਹਾਏ ਹਾਏ, ਉਹ ਬੜਾ ਰੋਂਦਾ ਹੈ। ਬੱਚੇ ਵਾਸਤੇ ਇਹੀ ਪਹਾੜ ਹੈ। ਲੇਕਿਨ ਮੰਮੀ ਨੇ ਜ਼ਿੰਦਗੀ ਭਰ ਇਸ ਤਰ੍ਹਾਂ ਦੇਖਿਆ ਹੋਇਆ ਹੈ, ਇਸ ਕਰਕੇ ਮੰਮੀ ਇਸ ਨੂੰ ਸਿੰਪਲ ਲੈ ਲੈਂਦੀ ਹੈ ਤੇ ਉਹ ਇੱਕਦਮ ਬੱਚੇ ਦਾ ਹੱਥ ਦਬਾ ਲੈਂਦੀ ਹੈ, ਗਿੱਲਾ ਕੱਪੜਾ ਰੱਖ ਦਿੰਦੀ ਹੈ, ਉਹਨੂੰ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗਾ। ਸੋ ਜਿਹੜੀ ਮੰਮੀ ਕੋਲ ਹੈ ਸਕਿੱਲ ਹੈ, ਜਾਂ ਪੇਰੈਂਟਸ ਕੋਲ ਜਾਂ ਸਾਡੇ ਕੋਲ ਜਿਹੜਾ ਵੱਡਾ ਬੈਠਾ ਹੁੰਦਾ ਬੱਚੇ ਕੋਲ, ਉਹਨੇ ਉਸ ਗੱਲ ਨੂੰ ਉਸੇ ਪਹਾੜ ਨੂੰ ਜਿਹੜਾ ਬੱਚੇ ਦੇ ਦਿਮਾਗ ਵਿੱਚ ਸੀ, ਮੀਨਸ ਐਨੀ ਪ੍ਰੋਬਲਮ, ਟਾਈਨੀ ਪ੍ਰੋਬਲਮ ਵੀ, ਟਾਈਨੀ ਤੋਂ ਲੈ ਕੇ ਵੱਡੀ ਤੋਂ ਵੱਡੀ ਪ੍ਰੋਬਲਮ ਜਦੋਂ ਸਾਡੇ ਸਾਹਮਣੇ ਆਵੇ ਔਰ ਅਸੀਂ ਟਿਊਨਡ ਨਹੀਂ ਹਾਂ ਤਾਂ ਅਸੀਂ ਦੂਜਿਆਂ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਅਸੀਂ ਆਪਣੇ ਬਾਰੇ ਇੰਟਰੋਸਪੈਕਸ਼ਨ ਛੋੜ ਦਿੰਦੇ ਹਾਂ ਤੇ ਮਤ ਮੈਲੀ ਹੈ, ਡੁਐਲਿਟੀ 'ਚ ਹੈ, ਕਦਮ ਟੇਢੇ ਰੱਖਦੇ ਹਾਂ, ਪਿੰਗਲੇ ਹੋ ਗਏ। ਸੋ ਜੇ ਸਤਿਗੁਰ ਦੀ ਮਤ ਲੈ ਲੈਂਦੇ ਹਾਂ ਤਾਂ ਉਹਨੂੰ ਕਹਿੰਦੇ ਨੇ ਪਿੰਗੁਲ ਪਰਬਤ ਪਾਰ ਪਰੇ। ਤਾਂ ਸਤਿਗੁਰ ਦੀ ਮਤ ਲੈਣ ਦਾ ਮਤਲਬ ਕੀ ਹੈ? ਉਹ ਆਈਡੀਅਲਸ ਦੀ ਪ੍ਰੈਕਟਿਸ ਕਰਨ ਸ਼ੁਰੂ ਕਰ ਦਿੰਦੇ ਨੇ ਤੇ ਉਹ ਫਿਰ ਪਿੰਗਲਾਪਨ ਨਹੀਂ ਰਹਿੰਦਾ। ਸੋ ਜਿਹੜੇ ਡੁਐਲਿਟੀ ਵੇਲੇ ਪਿੰਗਲਾਪਨ ਹੋ ਜਾਂਦਾ, ਉਹਦੇ ਵਿੱਚ ਅਸੀਂ ਵਿਜ਼ਡਮ ਨੂੰ, ਰੱਬ ਨੂੰ, ਵਨਨੈਸ ਨੂੰ ਇੰਜੋਏ ਨਹੀਂ ਕਰ ਪਾਉਂਦੇ ਆ। ਤਾਂ ਸੋ ਸਾਡੀ ਟੇਢੀ ਪਾਗ ਟੇਢੇ ਚਲੇ ਲਾਏ ਵੀ ਰੇਖਾएं ਹੁੰਦਾ ਹੈ। ਇਹ ਸਾਰੀ ਜਿਹੜੀ ਟੇਢੀ ਪਾਗ ਟੇਢੇ ਚੱਲਣੇ ਵਾਲੀ ਸਾਡੀ ਜੀਵਨ ਜਾਂਚ ਬਣ ਜਾਂਦੀ ਹੈ ਨਾ, ਉਹਦੇ 'ਚ ਅਸੀਂ ਆਪ ਤੇ ਦੁਖੀ ਰਹਿੰਦੇ ਹਾਂ ਤੇ ਆਪਣੇ ਚਾਰੋਂ ਪਾਸੇ ਸਭ ਨੂੰ ਅਸੀਂ ਦੁਖੀ ਕਰਨ ਦਾ ਕਾਰਨ ਵੀ ਬਣ ਜਾਂਦੇ ਹਾਂ। ਕਿਉਂ? ਕਿਉਂਕਿ ਮੇਰੇ ਚੋਂ ਇਨਸਾਨੀਅਤ ਖਤਮ ਹੋ ਗਈ। ਨਰੂ ਮਰੈ, ਮੇਰੇ ਅੰਦਰੋਂ ਨਰੂ ਮਰ ਗਿਆ, ਇਨਸਾਨੀਅਤ ਖਤਮ। ਜੋ ਹੀ ਨਰੂ ਮਰੈ ਤਾਂ ਫਿਰ ਮੈਂ ਇਨਸਾਨੀਅਤ ਵਾਲੇ ਕੰਮ ਕਰਾਂਗਾ ਹੀ ਨਹੀਂ, ਤਾਂ ਫਿਰ ਮੈਂ ਪਸ਼ੂ ਹੋਇਆ ਨਾ। ਨਰੂ ਮਰੈ ਨਰਕਾਮ ਨਾ ਆਵੇ, ਮੈਂ ਕਿਸੇ ਕੰਮ ਜੋਗਾ ਰਿਹਾ ਹੀ ਨਹੀਂ। ਪਸ਼ੂ ਮਰੈ, ਜੇ ਮੇਰੇ ਅੰਦਰੋਂ ਪਸ਼ੂ ਵਾਲੀ ਬਿਰਤੀ ਵਾਲੇ ਖਿਆਲ ਮਰ ਜਾ, 10 ਕਾਜ ਸਵਾਰ ਹੈ, ਤਾਂ ਮੈਂ ਆਪਣਾ ਵੀ ਸੁੱਖ ਬਣਾ ਸਕਦਾ ਹਾਂ। ਆਪਣੇ ਇਸ ਜਿਹੜਾ ਸੋ ਕਾਰਡ ਸਰੀਰ ਦੇ 10 ਦੁਆਰੇ ਕਾਊਂਟ ਕੀਤੇ ਜਾਂਦੇ ਨੇ, ਇੱਕ ਲਫ਼ਜ਼ ਹੀ ਬਣਿਆ ਹੈ 10 ਦੁਆਰੇ, ਉਹਨਾਂ ਨੂੰ ਵੀ ਠੀਕ ਕਰ ਲੈਂਦਾ ਹੈ ਤੇ ਆਪਣੇ ਚਾਰੋਂ ਪਾਸੇ ਵੀ ਸਾਰਿਆਂ ਦੇ ਨਾਲ ਸੁੱਖ ਦੀ ਸਾਂਝ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਵਰਨਾ ਜੇ ਨਰੂ ਮਰਿਆ ਹੈ ਤਾਂ ਇਨਸਾਨੀਅਤ ਦਾ ਪੱਲਾ ਅਸੀਂ ਛੋੜ ਦਿੰਦੇ ਹਾਂ, ਟੇਢੀ ਪਾਗ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਥੈਂਕਸ ਅ ਲੋਟ। ਸੋ ਅਸੀਂ ਗਾਉਣਾ, ਕੋਇਲੇ ਦਾ ਰਾਗ ਗਾਉਣਾ ਤੇ ਇਸ ਤੋਂ ਇਲਾਵਾ ਟੇਢੀ ਪਾਗ, ਇਹਦਾ ਰੀਕੈਪ ਕੀਤਾ। ਥੈਂਕਸ ਪੁਸ਼ਪਿੰਦਰ ਜੀ। ਸੋ ਆਓ ਅੱਜ ਨਵਾਂ ਚੈਪਟਰ ਕੌਣ ਪੜ੍ਹੇਗਾ ਤਾਂ ਕਿ ਅਸੀਂ ਅੱਗੇ ਟੁਰ ਸਕੀਏ। ਜੁਝਾਰ ਜੀ ਨੇ ਉਹਦਾ ਜਿਹੜਾ ਪੋਸਟਰ ਸਭ ਨੂੰ ਭੇਜਿਆ ਹੈ, ਉਹਨਾਂ ਨੇ ਉਹਦੇ 'ਚ ਲਿਖਿਆ ਵੇ ਨਰਕ ਭੋਗਣਾ। ਸੋ ਪੁਸ਼ਪਿੰਦਰ ਜੀ ਤੁਸੀਂ ਉਹਨੂੰ ਪਹਿਲਾਂ ਪੜ੍ਹਨਾ ਸ਼ੁਰੂ ਕਰੋ, ਫਿਰ ਅਸੀਂ ਉਸ ਤੇ ਅੱਗੇ ਟੁਰਦੇ ਹਾਂ। ਥੈਂਕ ਯੂ ਜੀ ਵੀ ਜੀ। नरक भोगना यानी कि दुखी जीवन बिताना। जितने नरक से मनमुख भोगै, गुरमुख लेप ना मासा है। पुष्पिंदर जी थोड़ी आवाज इको हो रही है। एक्चुअली वो वीर जी का मेरे माइक ऑन है ना।
उधरों भी आ जाती है। जितने नरक से मनमुख हो गए, गुरमुख लेप ना मासा है। जो मनुख शरीरक तौर ते सुखां सहूलतां विच रहिंदा है, ਜ਼ਰੂਰੀ नहीं कि ਉਹ मानसिक तौर ते सुख चैन वाली अवस्था विच है। हाँ जी। नरक भोगना, मेरी आवाज ठीक आ रही है? हाँ जी वीर जी, अमन जी ठीक है जी वीर जी। अच्छा जी। ते जे मेरे कारण एको हुई ते मैं वॉल्यूम लो कीता वे। नहीं, ਤੁਹਾਡੀ ਵੋਲਿਊਮ ਹੁਣ ਬਿਲਕੁਲ ਠੀਕ ਆ ਰਹੀ ਹੈ, नो ओ प्रॉब्लम। थैंक यू। अच्छा जी, ਜਿਹੜਾ ਤੁਸੀਂ ਟੌਪਿਕ ਅੱਜ ਪੜ੍ਹ ਰਹੇ ਹੋ, ਸਾਡੀ ਇਹ ਪੁਸਤਕ ਜਿਹੜੀ ਹੈ ਲਿਵਿੰਗ ਟ੍ਰੈਜਰ ਦੀ, ਗੁਰਬਾਣੀ ਦੇ ਚਾਨਣ ਚ ਅਖਾਣ, ਇਹਦੇ ਵਿੱਚ ਅੱਜ ਇਹ ਟਰਮ ਆਈ ਹੈ ਨਰਕ ਭੋਗਣਾ, ਤੇ ਬ੍ਰੈਕਟ ਵਿੱਚ ਲਿਖਿਆ ਗਿਆ ਦੁਖੀ ਜੀਵਨ ਬਿਤਾਉਣਾ। ਇਹਦਾ ਮਤਲਬ, ਇਹ ਪਹਿਲੀ ਗੱਲ ਤੇ ਇਥੋਂ ਇਹ ਅਸੀਂ ਸਮਝਾਂਗੇ ਕਿ ਜਿਹੜੀ ਨਰਕ ਦੀ ਟਰਮ ਹੈ, ਇਹ ਵਾਈਡਲੀ ਨੋਨ, ਹਜ਼ਾਰਾਂ ਸਾਲਾਂ ਤੋਂ ਪ੍ਰਚਲਿਤ ਇਹੋ ਹੈ ਕਿ ਬਈ ਮਰਨ ਤੋਂ ਬਾਅਦ ਕੋਈ ਨਰਕ ਹੁੰਦਾ ਹੈ। ਇਹ ਪ੍ਰਚਲਿਤ ਕਦੋਂ ਤੋਂ ਹੋਇਆ ਮੈਨੂੰ ਨਹੀਂ ਪਤਾ, ਲੇਕਿਨ ਪਾਪ ਪੁੰਨ ਦੀ ਥਿਊਰੀ ਔਰ ਇਹ ਨਰਕ ਸਵਰਗ, ਇਹ ਸਿਰਫ ਕਹਾਵਤਾਂ ਨੇ। ਬਾਣੀ ਅਨੁਸਾਰ ਸਾਨੂੰ ਪਤਾ ਲੱਗਦਾ ਹੈ ਪਾਪ ਪੁੰਨ ਤੈ ਪਈ ਕਹਾਵਤ। ਬਈ these are just sayings। ਪਰ ਗੁਰਬਾਣੀ ਅਨੁਸਾਰ ਅਸੀਂ ਸਮਝਦੇ ਹਾਂ ਕਿ ਜੇਕਰ ਮੈਂ ਕੋਈ ਇੱਛਾ ਕੀਤੀ ਔਰ ਉਸ ਇੱਛਾ ਨੂੰ ਪੂਰਾ ਕਰਨ ਵਾਸਤੇ ਮੈਂ ਬਾਈ ਹੁੱਕ ਔਰ ਕਰੁਕ, ਬਾਈ ਐਨੀ ਮੀਨਸ ਆਪਣੀ ਇੱਛਾ ਨੂੰ ਜਦੋਂ ਮੈਂ ਪੂਰਾ ਕਰਨਾ ਚਾਹੁੰਦਾ ਤਾਂ ਮੈਂ ਨਰਕ ਵਿੱਚ ਪੈ ਗਿਆ। ਉਸ ਅਵਸਥਾ ਨੂੰ ਕਹਿੰਦੇ ਨੇ ਇਹ ਕਾਮੰ ਨਰਕ ਵਿਸ਼ਰਾਮੰ, ਬਹੁ ਜੋਨੀ ਪਰਮਾਵਣੇ। ਮਰਨ ਤੋਂ ਬਾਅਦ ਨਹੀਂ, ਜੇ ਮੈਂ ਹੁਣੇ ਕੋਈ ਇੱਛਾ ਕਰਕੇ ਲਸਟਫੁਲ ਫੀਲਿੰਗ ਵਾਂਗੂ ਉਸ ਇੱਛਾ ਨੂੰ ਬਾਈ ਹੁੱਕ ਔਰ ਕਰੁਕ ਪੂਰਾ ਕਰਨਾ ਚਾਹੁੰਦਾ, ਤਾਂ ਕੋਈ ਵੀ ਉਹ ਇੱਛਾ ਬਾਈ ਹੁੱਕ ਔਰ ਕਰੁਕ, ਬਾਈ ਐਨੀ ਨੈਗੇਟਿਵ ਮੀਨਸ, ਬਹੁਤ ਪ੍ਰਪੰਚ ਕਰ ਜੇ ਮੈਂ ਪੂਰੀ ਕਰਨਾ ਚਾਹੁੰਦਾ ਤਾਂ ਮੈਂ ਨਰਕ ਵਿੱਚ ਪੈ ਗਿਆ। ਮਰਨ ਤੋਂ ਬਾਅਦ ਵਾਲਾ ਜਿਹੜਾ ਨਰਕ ਸਵਰਗ ਹੈ, that is just saying, ਉਹ ਇੱਕ ਕਹਾਵਤ ਹੈ। ਤੇ ਉਹਦੇ ਬਾਰੇ ਬਾਣੀ ਵਿੱਚ ਐਕਸੈਪਟ ਨਹੀਂ ਕੀਤਾ ਗਿਆ ਕਿ ਮਰਨ ਤੋਂ ਬਾਅਦ ਕੋਈ ਨਰਕ ਜਾਂ ਸਵਰਗ ਹੁੰਦਾ ਹੈ, ਕਿਉਂਕਿ ਬਾਣੀ ਸਾਨੂੰ ਕਲੀਅਰਲੀ ਸਮਝਾਉਂਦੀ ਹੈ ਸੁਰਗ ਨਰਕ ਤੇ ਮੈਰਿਓ ਸੰਤਨ ਕੇ ਪ੍ਰਸਾਦ। ਬਈ ਮੈਂ ਇਹਨਾਂ ਖਿਆਲਾਂ ਤੋਂ, ਐਸੀਆਂ ਅਵਸਥਾਵਾਂ ਤੋਂ ਜਾਂ ਮਰਨ ਤੋਂ ਬਾਅਦ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ, ਹਮ ਕਹੂੰ ਕਿ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਸੋ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਆਈਡੀਅਲਸ ਨਾਲ ਜੀਵੋ ਤਾਂ ਤੁਸੀਂ ਬੈਲੈਂਸਡ ਹੋ, ਆਈਡੀਅਲਸ ਨਾਲ ਜੀਵੋ ਤਾਂ ਤੁਸੀਂ ਆਨੰਦਿਤ ਹੋ। ਤਾਂ ਜੇ ਤੁਸੀਂ ਅੱਜ ਆਨੰਦਿਤ ਨਹੀਂ ਤਾਂ ਮਰਨ ਤੋਂ ਬਾਅਦ ਸਵਰਗ ਦੀ ਇੱਛਾ ਕਰੀ ਜਾਓ ਔਰ ਨਰਕ ਤੋਂ ਡਰੀ ਜਾਓ। ਉਹਦੇ ਬਾਰੇ ਕਬੀਰ ਸਾਹਿਬ ਸਾਨੂੰ ਸਾਫ਼-ਸਾਫ਼ ਸਮਝਾਉਂਦੇ ਨੇ, सुर्ग बास ना बाछी है, ऐसे स्वर्ग में नहीं जा सकते हैं मरने के बाद। तो कबीर साहब कहते ने मैं ते नहीं करता, सुर्ग बास न बाछी है, डरिए ना नरक निवास। अगर तुहाडा सो कार्ड कोई मरण तो बाद स्वर्ग है, ओदी मैनू कोई इच्छा नहीं है, ते जे तुहाडा मरण तो बाद कोई नरक है तो ओदा मैनू डर कोई नहीं है।
क्यों? क्योंकि एट प्रेजेंट मैं मरांगा ही नहीं कदी, मैं ना मरूं, मरबो संसारा। अब मोहे मिलियो है जियावन हारा। जदों मैं मरांगा ही नहीं तब मैं केड़े नरक च जावांगा। ते जे मैं एट प्रेजेंट सच नाल जुड़िया होया तो मनु मरण तो बाद वाले किसी स्वर्ग की इच्छा भी कोई नहीं। कवन नरक क्या स्वर्ग विचारा संतन दूरा दे। सो सुर्ग नरक ते मैरियो संतन के प्रसाद का मतलब कबीर साहब और बाणी राही सानू गुरु साहब समझाना चाहते ने कि आइडियल्स नाल जीविया कर, वर्च्यूज नाल जीविया कर। यही आनंद है, यही सुख है, यही जींदे जी स्वर्ग है। जी मैं स्वर्ग च नहीं हाँ, भाव एट प्रेजेंट इन दिस वेरी लाइफ, तब ओदा मतलब होएगा मैं जबान तो भैड़े बोल बोलांगा। जे मैं एट प्रेजेंट आनंद सुख स्वर्ग च नहीं हाँ तो मैं पल पल दुखी रवांगा। जे एट प्रेजेंट मैं सुखी आनंद च नहीं हाँ तो मैं निंदा करांगा। दैट मीन्स पहला मैं नरक च जांदा हाँ, फिर मैं इत्थे बाहर नरक घोलदा, फिर मैं सब वास्ते जहमत बना दिंदा हाँ। मैं इनइक्वैलिटी करदा, मैं वितकरे करदा हाँ, ऊंच नीच दा भेद करदा हाँ, अमीर गरीब दा, तेरा मेरा दा, अपने भराए दा, बैरी बेगाना दा, मैं वितकरा करदा हाँ। मेरा मन मैदान नहीं है। फरीद जी कहते ने फरीदा मन मैदान कर, टोए टिब्बे ला। जे तू टोए टिब्बे नहीं ना लाएगा, तेर मेर दा, अपने भराए दा, बैरी बेगाना दा, पास्ट दा, कोई ना कोई मन दे अंदर टोए टिब्बे बना के किसी वास्ते वैर वितकरे बना के तू जीवेगा ना, यही नरक है, यही दोज़ख है, यह हंकार दी अग्नि है। जिन्हों कहते ने सुखी बसिया मस्कीनिया आप निवारत ले, अदरवाइज बड़े बड़े हंकारिया नानक गर्भ गले। मैनू हंकार हो गया मैं शरीफ आदमी हाँ, मैनू हंकार हो गया मैनू ज्ञान बड़ा है। हुण मैनू इस हंकार और मैं शरीफ आदमी हाँ इहदे नाल मैनू सतो रोग दा गुण सतान लग पिया। मैं ही शरीफ आदमी हाँ, मैं ही ऑनेस्ट आदमी हाँ, बाकी सारे झूठे ने। यह मेरा हंकार हो गया ना, मैं नरक च पै गया ते मेरा आनंद गवाच गया। हुण असीं पढ़दे हां ना, आनंद आनंद सबको कहे, आनंद गुर ते जाणिया, जाणिया आनंद सदा गुर ते, कृपा करे प्यारिया, कर कृपा किलविख कट्टे, ज्ञान अंजन सारिया। अंदरों जिनका मोह टुटा, अपने हंकार दे नाल, अपने मंदे ख्यालां दे नाल, अपने मन की वाइसिस वाली मत दे नाल मोह टूट गया ना। अंदरों जिनका मोह टूटा, तिनका शब्द, शब्द मतलब बोलन दा ढंग, बोल बाणी, हाउ टू कन्वर्स विद अदर्स, not in a taunting language, not in a शिकायती कंप्लेंट दे हिसाब दे वाली लैंग्वेज, not in a एक्सपैक्टेशन दी लैंग्वेज। तुसी तां मेरे वास्ते ऐ नहीं कीता, तुसी ऐ नहीं कीता, मैं तुहाडे वास्ते एह कीता, तुसी मैनू ऐ धोखा दिता, मेरे नाल ते तुसी ऐ कीता। बस अंदरों अपना नुकसान कर लिया, अपना नरक बना लिया।
ਜਿਉਂ ਹੀ ਅਸੀਂ ਆਪਣਾ ਨਰਕ ਬਣਾਇਆ ਤਾਂ ਬੋਲ ਬਾਣੀ ਵਿਗੜ ਜਾਏਗੀ। ਜ਼ਰੂਰੀ ਨਹੀਂ ਅਸੀਂ ਜ਼ਬਾਨ ਤੋਂ ਬੋਲ ਕੇ, ਬॉडी ਲੈਂਗੁਏਜ ਵਿਗੜ ਜਾਏਗੀ। ਬॉडी ਲੈਂਗੁਏਜ ਕੀ ਹੁੰਦਾ ਹੈ? ਅਸੀਂ ਰੁੱਸ ਜਾਂਦੇ ਹਾਂ। ਬॉडी ਲੈਂਗੁਏਜ ਕੀ ਹੁੰਦਾ ਹੈ? ਅਸੀਂ ਚੁੱਪ ਕਰ ਜਾਂਦੇ ਹਾਂ, ਅਸੀਂ ਐਂ ਕਰਕੇ ਚੱਲਦੇ ਹਾਂ। ਕੋਈ ਪੁੱਛੇ ਜਵਾਬ ਨਹੀਂ ਦਿੰਦੇ ਆ। ਜੇ ਜਵਾਬ ਦਿੰਦੇ ਆ ਤਾਂ ਮੁਰਝਾਏ ਚਿਹਰੇ ਨਾਲ ਖਿੜੇ ਗੁਲਾਬ ਦੇ ਬਦਲੇ ਕੰਡੇ ਅੱਗੇ ਰੱਖ ਦਿੰਦੇ ਆ, है ना। बस वो अपनी बॉडी लैंग्वेज चेंज हो गई, मानो इत्थों बोल बाणी बिगड़ गई है, मन दी बोल बाणी बिगड़ी है, मन दी जबान बिगड़ गई है। मन दी जबान बिगड़ गई, इत्थे त्यूड़ी चढ़ जाती है, यह मत्था कुटिया जाता है। हुण गुरु साहब बाणी राही समझा रहे ने, अंदरों जिनका मोह टुटा तिनका शब्द सच्चे सवारिया। उन्हें यह संवर जाता है, मतलब मन की जबान संवर जाती है। कह नानक ये आनंद है, दिस आनंद इज स्वर्ग। कह नानक ये आनंद है, आनंद गुरु ते जानिया। यह आनंद है ते असी इस आनंद विच नहीं आना, then we choose निंदक बोली, then we choose कि मैं शरीफ आदमी हाँ, then we choose to इत्थे लेबल लगा के थां थां सब नूं दसदे हां मैं बहुत शरीफ आदमी हाँ, थां थां सब नूं दसदे हां मैनूं ज्ञान बहुत है, थां थां सब नूं दसदे हां मेरे नाल सब ने धोखा किया, थां थां सब नूं दसदे हां मैं सब नूं प्यार किया, मैनूं किसी ने प्यार नहीं किया। दुखी हो गए ना, एट प्रेजेंट वाला नरक। जे आनंदित आ जाइए, एट प्रेजेंट वाला स्वर्ग। हुण तुसी आज पढ़िया जितने नरक से मनमुख भोग गए, जदों मैं मन की मत नूं एंजॉय करदा हाँ, भोगदा हाँ, वाइसिस नूं भोगदा हाँ, भैड़े ख्यालां नूं भोगदा हाँ, वैर करता हाँ, टोए टिब्बे लांदा नहीं। ते फरीद जी मैनूं कहंदे ने टोए टिब्बे ना लाओ तां नरक दी अग्नि सतांदी है। फरीदा मन मैदान कर, टोए टिब्बे ला, फायदा की होएगा? अगे मूला आपसी, दोजक संधी भा। भा हुंदा है अग, दोजक हुंदा है नरक दी अग, हैल दी अग, फायर ऑफ हैल। अंदर तेरी सोचनी हुण तू हर वेले अपने वास्ते चिता बाल के रखेगा ते बदला लैण दी भावना च जलदा रहेगा। हे कामंग नरक विश्रामंग, वो जोनी परमावणे, हुण तू दूसरियां जूना वाले एक्ट करेगा, इंसान वाला एक्ट नहीं करेगा। मरण तो बाद नहीं, एट प्रेजेंट in spite of transforming you will migrate to other kinds of zone। अच्छा जी, जदों असी वो अदर देखण विच, मैं देखण विच इंसान लगा होवां भुपिंदर सिंह मैं, पर मैं दूसरियां दे दूसरे बींग्स कुत्ता बिल्ली सप वाले जीवन जीवा तां उस जीवन नूं जीना देखण विच दिस बॉडी ह्यूमन बीइंग लगदी होवे, अपने आप नूं मैं इंसान मनुख जात कहंदा होवां ते मैं जीवा ओ वाले दूजे दुनिया वाला जीवन, इहनूं कहंदे ने बहुत जन्म बिछड़े ते माधो। मैं बिछड़ गया, वो जोनी परमावना शुरू हो गया।
मैं नरक विच पै गया। मेरा पल पल आना जाना शुरू हो गया। हुण मैं नरक विच ही पै जांगा। ते लाइक डॉग, जिस तरह डॉग बार्क करता है, जिन्हों असी कुत्ते वांगू भौंकना कहते हैं, कॉमन लैंग्वेज विच असी वो बन गए जिसके अंतर राज अभिमान, जो दूसरों को डोमिनेट करने की सोचता है। एक पल भी किसी को डोमिनेट करना, एक इंसान को भी एक सेकंड के लिए भी डोमिनेट करना, दूजियां नू अपनी मर्जी अनुसार चलाना, राज अभिमान। जिसके अंदर राज अभिमान, राज डज नॉट मीन किसी कंट्री दा राजा। राज दा मतलब है मैं मन करके अपने मन नू कूड़ राजा बनाया हुआ है, और मैं मन करके वाइसिस दा लश्कर बनाया हुआ है, वाइसिस दी आर्मी रखी हुई है कोल, और इन्हां उत्ते मेरी आस है, बहु लश्कर मानुख ऊपर करे आस। मैं उसी पल मर गया, पल पीतरता का होए विनाश। मैं वाइसिस दे नाल दूजियां नू डोमिनेट करदा। अपनी रिलेशनशिप विच असी इंज ही करते हैं, सब कुछ मेरी मर्जी मुताबिक चले, बस नरक बना लिया, उसी पल मर गए। लश्कर की यूज कर लिया, तेरा मेरा अपना पराया बिगाना, और पास्ट दे रिवेंज लैंड दी आदत, और निंदक कां वाला क्वैक क्वैक शुरू, और इल वाली बीमारी शुरू, दूसरियां दे रोग देखण दी, दूसरियां दे अवगुण लभण दी। पुष्पिंदर जी, इस बारी असी सैमीनार विच यही डिस्कस करांगे, जिहड़ा 2 अक्तूबर नू सैमीनार होना है ना, वो तुसी लोकां ने ओदा पोस्टर संगत नू आज दसना है। 2 अक्तूबर नू असी यही सिखांगे, असी शब्द पढ़ांगे, प्राणी क्या मेरा क्या तेरा, ते असी इस दा नाम रख रहे हां, जैसे तरवर पंख बसेरा, मैं पंछी वांगू धार्मिक स्थान ते जांदा ते खाली मुड़ के आ जांदा। ते इस करके असी उसका नाम रखे सैमीनार दा, इनर वॉइस इज गॉड्स वॉइस। ए तुसी सारियां ने, सारी टीम ने, लिविंग चेजर दी टीम ने रखा ना टॉपिक दा नाम, इनर वॉइस इज गॉड्स वॉइस। हाँ जी जी, अंदर दी आवाज। हाँ जी, इनर वॉइस इज गॉड्स वॉइस, अंदर दी आवाज यही रब दी आवाज है, यही गुरु की आवाज है। इसनो सुनना ही कहते ने, नानक आखे रे मना सुनिया सिख सही। ये अंदर दी आवाज जिहड़ी साडी रूहानी आवाज है, जिहड़ी आइडियल आवाज है, इनू जदों नहीं सुनते हाँ तां फिर असी इल कां बगले बन जाते हैं, है ना जी। हाँ जी जी। जदों असी इल का बगले बन जाते हैं तो असी उस सारिया वाइसिस नू यूज करन वास्ते पहला इंसानी तल तो मरदे हैं ना। इंसानी तल तो मैं मरिया, जिसके अंतर राजमास हो नरक पाती, मैं नरक चला गया। होवत स्वान, मैं कुत्ते वाली एक्टिंग शुरू कर देती, भौंकना शुरू कर देता। मरण तो बाद मैं कुत्ता बनागा कि नहीं बनागा,
मरण तो बाद मैं नरक जावांगा कि नहीं जावांगा। नरक कवन नरक क्या सुर्ग विचारा संतन दो उराते। क्यों? क्योंकि वो कहावत है, पाप पुण्य ते भई कहावत, को नरक को सुर्ग बंछावत। जेड़ी ए पाप पुण्य दी कहावत है ना, ये कहावत वाला मरण तो बाद दे बदले गुरबाणी मनु जींदे जी सिखा रही है कि तू केड़ा नरक भोगदा है। जे तू अंदरों आनंद विच नहीं है ना, तू निंदक बनेगा। आनंद विच नहीं है ना, तू डोमिनेट करेगा। आनंद विच नहीं है ना, भैड़े बोल बोलेगा। आनंद विच नहीं है ना, तेरी बॉडी लैंग्वेज बिगड़ जाएगी। जदों ओ बॉबी फिल्म दा गाना सी झूठ बोले कौआ काटे, है ना, ओदे अगे की कहंदी है, मैं मायके चली जाऊंगी। हुण मायके चली जाऊंगी जदों असी ये सेंटेंस बोलिया तां कौआ कट गया ना, क्वैक क्वैक शुरू कीता ना। एक एग्जाम्पल है, इंज असी चारों पासे जदों अपनी रोसे दी लैंग्वेज, अपनी निंदक लैंग्वेज, अपनी बॉडी लैंग्वेज दे नाल शो करते हैं तां असी अंदरों आनंदित नहीं हाँ, अपना स्वर्ग गवा लिया। और जितने नरक सो मनमुख हो गए, गुरमुख लेप ना मासा है। गुरमुख किसी बंदे नूं नहीं कहंदे ने, गुरमुख देख अखे नूं सियारी लगी हुई है। जो गुरु दे मुख तो निकली हुई बात नूं सुन लैंदा है, ओनू है बॉदर नहीं करता, वो जींदे जी नरक तो बच जाता है। ओनू गुरु प्रसाद कहंदे ने। हम काहू की कान ना कटते अपने गुरु प्रसाद दे। असी जमा दी मुथाजी नहीं करते हाँ, असी वाइसिस दा पल्ला फड़ के ओदी आर्मी नू यूज नहीं करते हाँ। सानू जमा दी मुथाजी नहीं रही। हम काहू की कान ना कटते अपने गुरु प्रसाद दे। जदों आनंदित होंदे हाँ तां मानो असी जींदे जी स्वर्ग विच हाँ, वरना असी पल पल जूना बदल बदल के, पल पल आवागमन कर करके, आवागमन होत है फुन फुन। ये प्रसंग ना टूटे, ए लड़ी नहीं साडे कोल जींदे जी टुटदी। जे जींदे जी ये लड़ी टूट जाए ना, कड़ी तोड़नी आ जाए, तां असी जींदे जी स्वर्ग विच। तुसी अज पुष्पिंदर जी रीकैप विच गावे दी गल कीती ना जी जी, तां असी जदों जपजी पढ़िया सी रीसेंटली, तुसी जपजी साहब दी भी पूरी डिस्क्रिप्शन डिटेल बनाई है कि केड़ी पंक्ति या केड़ी पौड़ी केड़े वीडियो च है, तां ओ पंक्ति या ओ टर्म ओनू पा के असी सीधा ओ 110 घंटे दी जपजी विचार चों ओ वाली पौड़ी या उस टर्म नू समझ सकते हैं। इस तरह ही बनाई है ना? हाँ जी जी, अजे प्रोसेस विच है, चल रहा है। थैंक यू। तुसी सारी टीम जितनी ऑफिस विच या ऑफिस तो बाहर जेड़े सारे तुहाडे नाल जितने भी काम करते ने, वैबसाइट तो लैके सारी टीम दा सब दा धन्नवाद है। तुसी बड़ा वैल्यूएबल काम कर रहे हो। एक कीते हुए कम्मां दी जेड़ी लोकां नूं सुखदाई जीवनी मिलदी है, एदी कोई कीमत नहीं दे सकदा। वो बस तुहाडा सब दा धन्नवाद ही कीता जा सकदा है कि पैंडेमिक विच भी लोकी घरां च दुखी ने, तुसी उन्हां दे दुख वेले उन्हां दा इम्यूनिटी लैवल उच्चा करन वास्ते दिन रात मेहनत करके उन्हां दे दिमाग दा वायरस कड्ढदे पे हो, उन्हां नूं सुख पहुंचाते पे हो, उन्हां नूं मानसिक तौर ते आर्मर दे के उन्हां दा इम्यूनिटी लैवल स्ट्रॉन्ग करते पे हो। तुहाडी सब दी मेहरबानी है, भावें जो ऑफिस बैठदा है ते भावें ऑफिस दे बाहरों काम करदा है, सारी टीम का। सो असी की करते हैं,
ਅਸੀਂ ਆਨੰਦਿਤ ਹਾਂ ਤੇ ਅਸੀਂ ਕ੍ਰੀਏਟਿਵ ਕੰਮ ਕਰਦੇ ਹਾਂ, ਜੇ ਆਨੰਦਿਤ ਨਹੀਂ ਹਾਂ ਤਾਂ ਅਸੀਂ ਡੋਮੀਨੇਟ ਵੀ ਕਰਦੇ ਹਾਂ, ਰਾਜ ਅਭਿਮਾਨ ਵੀ ਕਰਦੇ ਹਾਂ, ਤੇਰ ਮੇਰ ਵੀ ਕਰਦੇ ਹਾਂ, ਊਚ ਨੀਚ ਦੇ ਕਾਰਨ, ਟੋਏ ਟਿੱਬੇ ਦੇ ਕਾਰਨ ਹੈਲਿਸ਼ ਲਾਈਫ ਦੇ ਅੰਦਰ ਪੈ ਜਾਂਦੇ ਹਾਂ, ਨਰਕ ਦੀ ਦੋਜ਼ਖ ਦੀ ਅਗਨੀ ਵਿੱਚ ਦੁਖੀ ਰਹਿੰਦੇ ਹਾਂ। ਜਿਤਨੇ ਨਰਕ ਸੋ ਮਨਮੁਖ ਭੋਗ ਹੈ। मैं मन की मत दे नाल जुड़िया और मैं नरक भोगने शुरू कर दिते। नरक मेरा कोई नहीं बना सकता, मैं आप बनाता। I don't have to blame, किसी नू भी ब्लेम नहीं करना। ਅਸੀਂ कदी नहीं कह सकते कि मैं दूजियां करके हाँ। सो असी कंप्लेंट वाले सुभाਅ, शिकायतां वाले सुभाਅ, टॉन्टिंग लैंग्वेज वाले सुभाਅ, इन्हां सारियां नूं अपने आप नूं फिक्स करदे हां तां मानो मैं नरक चों निकल के स्वर्ग विच जा रिहा। जींदे जी, वरना जिसके अंतर राजमान सो नरकपाती होवत स्वान। हुण देखो, ਜਦੋਂ ਬਾਣੀ ਚ ਅਸੀਂ ਪੜ੍ਹਦੇ ਹਾਂ ਰਾਗ ਆਸਾ ਵਿੱਚ ਨਾਨਕ ਪਾਤਸ਼ਾਹ ਜੀ ਦੀ ਵਾਰ ਹੈ ਨਾ, ਜਿਹੜੀ ਰੋਜ਼ ਸਵੇਰੇ ਕੀਰਤਨ ਅਸੀਂ ਗੁਰਦੁਆਰਿਆਂ ਸੁਣਦੇ ਹਾਂ, ਉਹ ਜਿਹੜੀ ਵਾਰ ਹੈ ਨਾਨਕ ਪਾਤਸ਼ਾਹ ਦੀ ਮਹਿਲੇ ਪਹਿਲੇ ਕੀ ਵਾਰ ਹੈ, ਉਸ ਵਾਰ ਵਿੱਚ ਕਹਿੰਦੇ ਨੇ ਨਾਉ ਤੇਰਾ ਨਿਰੰਕਾਰ ਹੈ। ਨਾਉ ਮਤਲਬ ਤੇਰੀ ਵਿਜ਼ਡਮ, ਤੇਰੇ ਵੱਲੋਂ ਸਮਝਾਏ ਗਏ ਆਈਡੀਅਲਸ, ਚੰਗੇ ਗੁਣ। ਨਾਉ ਤੇਰਾ ਨਿਰੰਕਾਰ ਹੈ। ਨਾਏ ਲਏ ਮਨ ਕਰਕੇ ਉਸ ਨੂੰ ਫੋਲੋ ਕਰਨ ਦੇ ਨਾਲ ਨਰਕ ਨਾ ਜਾਈਏ। ਅਸੀਂ ਜੀਂਦੇ ਜੀ ਨਰਕ ਵਿੱਚ ਨਹੀਂ ਪੈਂਦੇ ਹਾਂ। ਜੀਂਦੇ ਜੀ ਦੋਜ਼ਖ ਦੀ ਅਗਨੀ ਵਿੱਚ ਨਹੀਂ ਸੜਦੇ ਹਾਂ, ਕਿਉਂਕਿ ਸਾਨੂੰ ਫਰੀਦ ਜੀ ਸਮਝਾ ਰਹੇ ਨੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ, ਅੱਗੇ ਮੂਲਾ ਆਵਸੀ, ਦੋਜ਼ਖ ਸੰਧੀ ਭਾ। ਨਰਕ ਦੀ ਅਗਨੀ ਚ ਨਹੀਂ ਸੜਦੇ ਹਾਂ। ਅਗੇਨ ਉਹ ਕਹਾਵਤ ਵਾਲਾ ਆਫਟਰ ਡੈਥ ਹੈਲ ਔਰ ਹੈਵਨ ਵਾਲਾ, ਆਫਟਰ ਡੈਥ ਸੋ ਕਾਲਡ ਜੰਨਤ ਦੋਜ਼ਖ ਵਾਲਾ, ਆਫਟਰ ਡੈਥ ਸੋ ਕਾਲਡ ਸਵਰਗ ਨਰਕ ਵਾਲਾ, ਮੈਂ ਉਹ ਗੱਲਾਂ ਨਹੀਂ ਕਰ ਰਿਹਾ। ਬਾਣੀ ਮੈਨੂੰ ਸਿਖਾ ਰਹੀ ਹੈ ਜੀਂਦੇ ਜੀ ਆਪਣਾ ਨਰਕ ਠੀਕ ਕਰ। ਜੇ ਤੂੰ ਮਨਮੁਖ ਹੈ ਤੇ ਤੂੰ ਨਰਕ ਭੋਗ ਰਿਹਾ ਹੈ। ਜੇ ਤੂੰ ਇੱਛਾਵਾਂ ਨੂੰ all bad means ਨਾਲ ਯੂਜ਼ ਕਰਕੇ ਜਿੰਦਾ ਹੈ, ਏਕਾਮੰਗ ਨਰਕ ਵਿਸ਼ਰਾਮੰਗ, ਬੋ ਜੋਨੀ ਪਰਮਾਵਣਾ ਹੈ, ਤੂੰ ਦੂਸਰੀਆਂ ਜੂਨਾਂ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ ਹਰ ਪਲ। ਜਿਤਨੇ ਨਰਕ ਸੇ ਮਨਮੁਖ ਭੋਗ ਹੈ, ਗੁਰੂ ਦੀ ਮਤ ਲੈ ਲਓ ਤਾਂ ਗੁਰਮੁਖ ਲੇਪ ਨਾ ਮਾਸਾ ਹੈ, then you are not bothered। ਸੋ ਜਪਜੀ ਦੀ ਗੱਲ ਸ਼ੁਰੂ ਹੋਈ ਸੀ ਕਿ ਜਦੋਂ ਅਸੀਂ ਸੋ ਦਰ ਦੇ ਅੰਦਰ ਮਨ ਕੁੜਿਆਰ ਤੋਂ ਸਚਿਆਰ ਬਣਨ ਵਾਲਾ ਵਿਰਲਾ ਬਣਿਆ ਮਨ ਸੋ ਦਰ ਦੇ ਅੰਦਰ ਜਾਂਦਾ ਹੈ ਤਾਂ ਉੱਥੇ ਉਹਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ, ਹੈ ਨਾ। ਅਸੀਂ ਇਸ ਨੂੰ ਜਪਜੀ ਵਿੱਚ ਵਿਚਾਰਿਆ ਹੋਇਆ ਹੈ। ਸਚਿਆਰਾ ਕਿਵੇਂ ਬਣੀ ਹੈ ਤੁਹਾਡੀ ਪੁਸਤਕ ਲਿਵਿੰਗ ਟ੍ਰੈਜਰ ਤੋਂ ਤੁਸੀਂ ਕੱਢੀ ਹੋਈ ਹੈ, ਔਰ ਉਹਦੀ ਜਪਜੀ ਵਿਚਾਰ ਵੀ ਹੈ, ਵੀਡੀਓ ਵੀ ਹੈ। ਤੇ ਉਹਦੇ ਵਿੱਚ ਅਸੀਂ ਇਹ ਸਮਝਿਆ ਕਿ ਮਨ ਜਦੋਂ ਆਨੰਦਿਤ ਹੈ ਤੇ ਸੱਚ ਦੀ ਅਵਸਥਾ ਨੂੰ ਇਸ ਤਰ੍ਹਾਂ ਮਾਣਦਾ ਹੈ। ਇਹ ਕੋਈ ਸਵਰਗ ਵਿੱਚ ਕੋਈ ਮਨ ਨੂੰ ਮੋਹਣ ਵਾਲੀਆਂ ਇਸਤਰੀਆਂ ਦੀ ਵਿਮਨ ਦੀ ਗੱਲ ਨਹੀਂ ਚੱਲ ਰਹੀ। ਜਦੋਂ ਆਨੰਦਿਤ ਹੈ, ਸੋ ਦਰ ਦੇ ਅੰਦਰ ਹੈ, ਚੰਗੇ ਗੁਣ ਸੰਭਾਲਦਾ ਹੈ, ਔਗਣੀ ਲੁਕੇ ਛੁਪੇ ਖਿਆਲਾਂ ਤੋਂ ਸੁਚੇਤ ਰਹਿੰਦਾ ਹੈ ਤੇ ਆਨੰਦਿਤ ਅਵਸਥਾ ਵਿੱਚ ਗਾਵਨ ਤੁਧ ਨੂੰ ਮੋਹਣੀਆਂ ਮਨਮੋਹਨ, ਉਹਨੂੰ ਸੁਚੱਜੇ ਖਿਆਲ ਮੋਹਦੇ ਨੇ। ਇਹਨਾਂ ਦੇ ਨਾਲ ਉਹ ਆਨੰਦਿਤ ਰਹਿੰਦਾ ਹੈ। ਵਰਨਾ ਜਿਤਨੇ ਨਰਕ
सो मनमुख भोग है। ज्यों ही मैं मन करके दुखी होया, आनंद दी पौड़ी तो टह पिया, मैं दुखी दी पौड़ी ते चढ़ गया, अपनी दुखी ट्रेन मैं आप बना ली, पल पल मैं मरन लग पिया, मैं नरक बना लिया। है ना? सो द मोमेंट आई एम दुखी, पुष्पिंदर जी जी जी, लोकी ना खांदे ने, पींदे ने, सौंदे ने, जी रज रज के 8-8 10-10 घंटे सो लेंदे ने, हाँ जी, रज रज के खा भी लेंदे ने, और वो समझते ने देखो मैं तंदुरुस्त हाँ, खा मैं सकदा हाँ, जो चाहवा खा लेंदा, मैनू पच जावे, नींदर मैनू बहुत सोहनी आंदी है। हाँ जी, है ना? लोकां ने बाहरली है जिहड़ी शरीरक हैल्थ है ना, इनू ही सब कुछ समझिया होया। ठीक है? हाँ जी, एक कसवट्टी नहीं है, दिस इज नॉट टच स्टोन दैट ठीक है, फिजिकली यूर, ਤੁਹਾਨੂੰ ਨੀਂਦਰ ਵੀ ਸੋਹਣੀ ਆ ਜਾਂਦੀ ਹੈ, ਤੁਸੀਂ ਖਾਂਦੇ ਹੋ ਸਭ ਕੁਝ ਪਚ ਵੀ ਜਾਂਦਾ ਹੈ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨਾਉਂਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਦਾ ਜੀਵਿਆ, ਜਿਨ ਸੱਚ ਨਾਲ ਲੋਗੋ ਰੰਗ, ਜੇ ਸੱਚ ਨਾਲ ਨਹੀਂ ਨਾ ਜੁੜਿਆ ਤਾਂ ਤੂੰ ਆਪਣੇ ਬੋਡੀ ਕੌਨਸ਼ੀਅਸ ਲੈਵਲ ਤੱਕ ਹੀ ਹੈ, ਔਰ ਬੋਡੀ ਕੌਨਸ਼ੀਅਸ ਲੈਵਲ ਵਿੱਚ ਵਾਹ ਯੂ ਆਰ ਗ੍ਰੇਟ, ਤੈਨੂੰ ਜੋੜਾਂ ਦੇ ਦਰਦ ਵੀ ਨਹੀਂ ਹੋ ਰਹੇ, ਯੂ ਆਰ ਗ੍ਰੇਟ, ਤੂੰ ਜੋ ਖਾਂਦਾ ਪਚ ਜਾਂਦਾ ਹੈ, यू आर ग्रेट के तू 4-4 फुलके खा के, मिठा नमकीन खा के, मर्चा खा के सब कुछ पचा लेंदा है, वाओ यू आर ग्रेट, तेनू गैस भी नहीं बनती, वाओ यू आर सो हेल्दी कि तेनू राती 10-10 घंटे नींदर भी आ जाती है। बट जे सच नाल नहीं जुड़िया ना, तेरी जिहड़ी बाहरली हेल्थ है ना, इहदा अंदरों नरू मर गया, नरू मरिया नर काम ना आवे। सो फरीद जी का एक श्लोक मनु याद आ गया अचानक, फरीद जी तुक तुक उठन पास, असी ये शब्द गाया होया फरीद जी का श्लोक, फरीदा राती वड्डियां, फरीदा राती वड्डियां, तुक तुक उठन पास, पास का मतलब पासे, शरीरक तौर ते राती ना सो सकिया, शरीरक तौर ते राती पासे मारदा रहा, यह सिर्फ एक कहने दा प्रतीक है। फरीदा राती वड्डियां, तुक तुक उठन पास, त्रिग तिना दा जीविया, जिना विडाणी आस, जे मैं ईवल्स दे आस कामनावां दे कारण नरक च पैंदा तां मेरा जीवन त्रिकाकार हो गया, लानत भरपूर हो गया, कर्स्ट हो गया। क्यों? क्योंकि मैं नरपत हूं, नरपत एक सिंहासन सोया, मैं मन के सिंहासन पर, मेरा मन राजा सो रहा है। नरपत एक सिंहासन सोया, सुपने पे भिखारी, अब मैं भिखारी हूं, मैं लोगों से प्यार मांगता हूं, मैं लोगों को गलत करार करता हूं, मैं बोलता हूं सारे भैड़े ने, मैं बोलता हूं सबने मेरे को धोखा दिया, मैं बोलता हूं मेरे से कोई प्यार नहीं करता, पर राती में 10 घंटे सोंदा रज रज के, फूड भी मैनू पच जाता है। भाई तेरी फिजिकल हेल्थ ते चंगी है, लेकिन मेंटल इम्यूनिटी लेवल तेरा कमजोर होया, तेरे अंदर कोरोना वायरस बढ़ गया है, तेनू पवन रूपी श्वास ऑक्सीजन चाहिए है, वो तेरे को नहीं है ना, तू नरकिच है। राती वड्डियां, जिंदगी रूपी रात तेरी वड्डी हो गई, फरीदा राती वड्डियां, तुक तुक उठन पास, हर पासा
रोम रोम करके सारियां च अग लगी हुई है। इस अग नूं फरीद जी रिकग्नाइज करते ने। मैं जानिया दुख मुझको दुख सबाया जग, उच्चे चढ़ के देखिया घर घर एहा अग, मेरे एक एक घर विच अग लगी हुई है, तां मैं दुखी हाँ। तो जे मैं दुखी हाँ, मेरा थॉट प्रोसेस दुखी है। दुख सबाया जग, जग मतलब थॉट प्रोसेस, नॉट बाहरली दुनिया। है जिहड़ी इंटरनेशनल पूरा ग्लोब बनिया है, इस दुनिया नूं जग नहीं कहंदे ने, मेरे थॉट प्रोसेस नूं जग कहंदे ने। फरीदा राती वड्डियां, तेरी जिंदगी रूपी रात वड्डी हो गई जे तू दिन रात अपसेट रहंदा है, चिंता फिकर विच रहंदा है, निंदा चुगली करदा है, तेर मेर करदा है, अपना पराया करदा है, वैर विरोध करदा है, बदला लैण दी भावना रखदा है। तू ते नरपत एक सिंघासन सोया सुपने पिया भिखारी बनिया होया है। तेनू राती नींद आ जांदी है ते कोई गल नहीं चल रही, तेनू रोटी पच जाती है ते कोई गल चल ही नहीं रही। जिंदगी रूपी रात तेरी अंदरों अपसेट है। प्राणी तू आयो लाहा लैन लगा, कित को फकड़े सब मुकदी चली रहन। रहन मतलब जिंदगी, तेरी लाइफ। जदों असी अंदरों अपसेट हाँ ना, दिस इज वट लाइक बारबेक्यू, असी अपने आप नूं सीखां ते परो के अपना मांस साड़दे हां, हर पल हर अंग रोम रोम करके नरक दी अग्नि विच सड़दे हां। जदों बदला लैण दी भावना रखते हां, जदों निंदक बन जांदे हां। निंदक मतलब मैं अंदरों सुखी नहीं हां। संत के दुखन नरक में पाए, आइडियल्स को छोड़ा। संत के दुखन का मतलब होता आइडियल्स को पिठ दे दी, आइडियल्स को इग्नोर कर दिया। संत के दुखन नरक में पाए, नरक में चला गया भाई तू अब भी जीते जी। सो असी पल पल नरक अपना आप बना के भोगदे हां। अपने आप नूं आप सूली ते चाड़ी रखते हां। जे अंदर दी इनर वॉइस वाला असी सैमीनार जिहड़ा 2 अक्तूबर नूं समझांगे, इनर वॉइस सुन लईए तां ओनू नारायण कहंदे ने। सुलही ते नारायण राख। आप तू अपने आप नूं जिहड़ा सूली ते चाढ़िया होया है ना, उस तो तेरे अंदर दी आवाज नर आयन, तेरे अंदर बसते गॉड भगवान खुदा अल्लाह राम की आवाज को, वागुरु की आवाज को सुन। उससे तेरी सूली खत्म। सुलही ते नारायण राख। ये जिहड़े सूली ते अपने आप नूं चढ़दे आ ना, ये वो स्टोरी दी गल नहीं चल रही जिहड़ी असी जोड़ी हुई है भी पंचम पातशाह वेले वो सुली खान आया सी ते ओदे बारे चल रही है। नो नो नो, ये शब्द अपने ते सानू टुकाना है और सुली खान बारे नहीं है। मैं पल पल अपने आप नूं सूली ते चाड़ी रखदा, मैं पल पल दुखी रहिंदा हां, मैं पल पल आनंदित अवस्था च नहीं रहिंदा हां, तां मैं अपने आप नूं सूली ते चाड़ के अपने आप नूं पल पल जिहड़ा मार के अपने आप दा नरक बनाई रखदा ना, इहनूं कहंदे ने ए पंक्ति जितने नरक से मन मुख हो गए। ते जे मैं गुरु दी मत ले लवां, गुरमुख लेप न मासा है, then I am untouched by evils, means मैं दुखी नहीं हाँ, means मैं सदीवी सुखी हाँ। माई मेरे मन को सुख, माई मैं तान पायो हर नाम, मन मेरो तावन ते छूटियो, कर बैठो विश्राम। है ना? सो मैं लगातार बोलता गया थे, आई थिंक इट्स मोर देन 1 आवर, आई एम सॉरी। तुसी शेयरिंग ले सकते हो, तुसी देख लो आज कौन कौन आया है, शेयरिंग एज वेल एज क्वेश्चन आंसर। थैंक यू जी।
हाँ जी अमनवीर आप जी कंटिन्यू करो। हाँ जी, ਹੁਣ ਅਸੀਂ ਰਿਕੁਐਸਟ ਕਰਾਂਗੇ ਵਿੰਦਰੀ ਭੂਆ ਜੀ ਨੂੰ ਕਿ ਪਲੀਜ਼ ਸਾਡੇ ਨਾਲੋਂ ਅੱਜ ਦੇ ਟੌਪਿਕ ਨਾਲ ਰਿਲੇਟਡ ਆਪਣੀ ਸ਼ੇਅਰਿੰਗ ਕਰਨ। Vindri Pua ji ਨਾਲ ਮੇਰੀ ਗੱਲ ਹੋਈ ਸੀ, she will not be able to join for audio video. ਅੱਛਾ Not bad. ਠੀਕ ਹੈ, ਸੋ ਜੁਝਾਰੀ ਸਾਡੇ ਕੋਲ ਅਗਰ ਕੋਈ ਕੁਐਸਚਨਸ ਹੈਗੇ ਨੇ ਤਾਂ ਵੀ ਕੈਨ ਟੇਕ ਦੋਜ਼ ਕੁਐਸਚਨਸ, ਔਰ ਅਗਰ ਕੋਈ ਆਪਣੀ ਸ਼ੇਅਰਿੰਗ ਕਰਨਾ ਚਾਹੁੰਦਾ ਇਸ ਟੌਪਿਕ ਦੇ ਰਿਲੇਟਡ ਤਾਂ they can share their thoughts on the same topic. कि हाले कोई सवाल नहीं आया मेरे को। Okay. I think in the meantime जब तक अगर कोई सवाल नहीं है ਤਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ from past many years we are trying to do many projects under the banner of the living chair, ਜਿਹਦੇ ਵਾਸਤੇ ਅਸੀਂ ਸਕੂਲਸ ਵੀ ਚਲਾਉਂਦੇ ਹਾਂ ਤੇ ਡਿਸਪੈਂਸਰੀ ਦਾ ਕੰਮ ਵੀ ਕਰਦੇ ਹਾਂ, ਪਲੱਸ ਸਾਡੇ ਕੋਲ ਕੈਸੇਟਸ ਨੂੰ ਰਾਈਟ ਕਰਨ ਦਾ ਕੰਮ, ਔਰ ਵੀ ਜੀ ਦੀ ਬੁੱਕਸ ਨੂੰ ਅਸੀਂ ਡਿਫਰੈਂਟ ਲੈਂਗੁਏਜ ਦੇ ਵਿੱਚ ਜਿੰਨਾ ਵੀ ਜ਼ਿਆਦਾ ਕਨਵਰਟ ਕਰ ਸਕਦੇ ਹਾਂ ਉਹਦੇ ਵਾਸਤੇ ਵੀ ਅਗਰ ਕੋਈ ਵੀ ਆਪਣੇ ਆਪ ਨੂੰ ਐਨਰੋਲ ਕਰਨਾ ਚਾਹੁੰਦਾ ਹੈ ਤਾਂ we would request please come forward and you can either share your number and contact details on the chat ਜਾਂ ਫਿਰ ਤੁਸੀਂ ਸਾਨੂੰ ਆਪਣੀ ਡਿਟੇਲਸ ਦੇ ਸਕਦੇ ਹੋ, ਕਿਉਂਕਿ ਆਈ ਥਿੰਕ ਜਿਵੇਂ ਕਿ ਵੀਰ ਜੀ ਨੇ ਅੱਜ ਕਿਹਾ ਵੀ ਕਿ ਜੇ ਮੈਨੂੰ ਇੱਕ ਮੇਰੇ ਕੋਲ ਬੇਸਿਕ ਨੈਸੈਸਿਟੀਜ਼ ਅਵੇਲੇਬਲ ਹੈਗੀਆਂ ਨੇ ਔਰ ਮੇਰੇ ਕੋਲ AC ਅਵੇਲੇਬਲ ਹੈ ਐਂਡ ਆਈ ਕੈਨ ਸਟਿਲ ਸਲੀਪ ਸੇਫਲੀ, ਤੇ ਇਹ ਕੋਈ ਪੈਮਾਨਾ ਨਹੀਂ ਹੈ ਕਿ ਮੈਂ ਬਿਲਕੁਲ ਠੀਕ ਹਾਂ। ਤਾਂ ਮੈਨੂੰ ਯਾਦ ਆ ਰਿਹਾ ਸੀ ਇੱਕ ਉਹ ਪੁਰਾਣੇ ਟਾਈਮ ਵਿੱਚ ਐਡ ਆਉਂਦੀ ਹੁੰਦੀ ਸੀ ਤਾਂ ਉਹਦੇ ਵਿੱਚ ਉਹ ਦਿਖਾਉਂਦੇ ਸੀ ਕਿ ਐਡ ਤਾਂ ਵੈਸਟ ਦੀ ਸੀਗੀ, ਬਨੈਨ ਦੀ ਸੀ, ਬਟ ਉਹ ਬੰਦਾ ਦਿਖਾਉਂਦਾ ਸੀ ਕਿ ਜੋ ਅੰਦਰ ਸੇ ਫਿਟ ਉਹ ਬਾਹਰ ਸੇ ਫਿਟ। ਤੇ I think from so many years Veer ji is also trying to help us with the help of Gurbani ki somehow some way ਅਸੀਂ ਇਸ ਚੀਜ਼ ਨੂੰ ਰਿਅਲਾਈਜ਼ ਕਰ ਪਾਈਏ, ਇਸ ਚੀਜ਼ ਨੂੰ ਲਿਵ ਕਰ ਪਾਈਏ, ਬਿਕੋਜ਼ I believe ਮਤਲਬ ਮੈਨੂੰ ਆਪਣੀ ਲਾਈਫ ਵਿੱਚ ਇਸ ਗੱਲ ਦਾ ਬਹੁਤ ਆਭਾਸ ਹੁੰਦਾ ਹੈ ਕਿ it is not a one day story or it is not a monthly story or it's a lifelong process. ਤੇ ਮੈਨੂੰ ਇੰਝ ਵੀ ਲੱਗਦਾ ਕਿ ਜਦੋਂ ਅਸੀਂ ਇਹ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਕਿ ਜਿਵੇਂ ਮੇਰਾ ਰੂਟੀਨ ਹੈ, ਮੇਰਾ ਖਾਣ ਦਾ ਰੂਟੀਨ ਹੈ, ਮੇਰਾ ਬੋਡੀ ਨੂੰ ਰੈਸਟ ਕਰਨ ਦਾ ਰੂਟੀਨ ਹੈ, ਮਤਲਬ there are so many things which are ਜਿਵੇਂ ਅਸੀਂ ਸੋਚਦੇ ਹਾਂ ਕਿ ਬੰਦਾ ਜਦੋਂ ਸਾਹ ਲੈਂਦਾ ਤਾਂ ਉਹ ਜੀਂਦਾ ਹੈ, ਜਿਵੇਂ ਹੀ ਉਹ ਸਾਹ ਮੁੱਕਦੇ ਨੇ ਤੇ ਬੰਦਾ ਮੁੱਕ ਜਾਂਦਾ ਹੈ। ਤਾਂ the day we realizes ਕਿ ਸਾਡੀ ਇਵੋਲਵਮੈਂਟ, ਗੁਰਬਾਣੀ ਨੂੰ ਸਮਝਣਾ, ਆਪਣੇ ਆਪ ਨੂੰ ਇੰਪਰੂਵ ਔਰ ਇੰਪਰੋਵਾਈਜ਼ ਕਰਨਾ, ਇਹ ਸਾਡਾ ਇੱਕ ਜ਼ਿੰਦਗੀ ਦਾ ਪ੍ਰੋਸੈਸ ਹੈ, ਇਹ ਮੇਰੀ ਜ਼ਿੰਦਗੀ ਦਾ ਪਾਰਟ ਹੈ। why I'm sharing this is ਕਿਉਂਕਿ ਹਜੇ ਵੀ ਬੜੀ ਵਾਰੀ ਇੰਝ ਹੁੰਦਾ ਹੈ ਕਿ ਜਦੋਂ when I'm dealing with my family, when I'm dealing with my parents, ਜਦੋਂ ਮੈਂ ਆਪਣੇ EMPLOYEES ਨਾਲ ਡੀਲ ਕਰਦਾ ਤੇ somehow I think ਜਦੋਂ ਅਸੀਂ ਉਸ ਰੂਟੀਨ ਵਿੱਚ ਹੁੰਦੇ ਆ ਨਾ ਤੇ we still do mistakes, ਤੇ ਅਸੀਂ ਫਿਰ ਵੀ ਜਿਹੜਾ ਉਸ ਟਾਈਮ somehow ਸਾਡਾ ਮਨ ਸਾਡੇ ਉੱਤੇ ਹਾਵੀ ਹੁੰਦਾ ਹੈ ਤੇ ਅਸੀਂ ਉਹ ਐਕਸ਼ਨ ਕਰ ਜਾਂਦੇ ਹਾਂ। ਤੇ ਜੇਕਰ ਅਸੀਂ ਇਸ ਟੌਪਿਕ ਬਾਰੇ ਸੁਣਦੇ ਹਾਂ, ਸਮਝਦੇ ਹਾਂ, ਆਪਣੇ ਅੰਦਰ ਉਸਦੀ ਵਿਚਾਰ ਕਰਦੇ ਹਾਂ ਤੇ ਆਈ ਥਿੰਕ ਅਸੀਂ ਆਪਣੇ ਆਪ ਨੂੰ ਚਾਂਸ ਦਿੰਦੇ ਹਾਂ, ਅਸੀਂ ਆਪਣੇ ਵਾਸਤੇ ਇੱਕ ਹੋਪ ਨੂੰ ਜ਼ਿੰਦਾ ਰੱਖਦੇ ਹਾਂ ਕਿ yes, I can improve, I can be a better human being, but I don't believe that nobody on this earth can claim ki yes, now I have complete my assignment and no matter what ਮੈਂ ਕਿਵੇਂ ਵੀ ਆਪਣੇ ਆਪ ਨੂੰ ਆਊਟ ਪਰਫਾਰਮ ਕਰ ਸਕਦਾ। ਲਾਸਟਲੀ ਜਿਹੜਾ ਵੀਰ ਜੀ ਨੇ ਅੱਜ ਦਾ ਟੌਪਿਕ ਸ਼ੁਰੂ ਕੀਤਾ ਤਾਂ ਮੈਂ ਇੱਕ ਰਾਈਟਰ ਨੂੰ ਪੜ੍ਹ ਰਿਹਾ ਸੀ ਤਾਂ ਉਹ ਕਹਿੰਦਾ ਕਿ he is just giving a very logical example. He says कि ਜਿਹੜੇ ਲੋਕ ਵੀ ਇਸ ਨਰਕ ਔਰ ਸਵਰਗ ਦੀ ਜਾਂ ਆਫਟਰ ਲਾਈਫ ਦੀ ਸਟੋਰੀ ਨੂੰ ਮੰਨਦੇ ਨੇ, ਰਾਈਟ, ਤਾਂ ਉਹ ਇੱਕ ਲੌਜਿਕ ਕ੍ਰੀਏਟ ਕਰਦਾ ਹੋਇਆ ਕਹਿੰਦਾ ਕਿ ਜਿਹੜਾ ਕੋਈ ਗਿਆ
ਉਹ ਆ ਕੇ ਕਦੀ ਕਿਸੇ ਨੇ ਬਿਆਨ ਨਹੀਂ ਕੀਤਾ ਤੇ ਜਿਹੜਾ ਬਿਆਨ ਕਰ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਹਜੇ ਮਰਿਆ ਹੀ ਨਹੀਂ ਹੈ, ਉਹ ਕਦੀ ਗਿਆ ਹੀ ਨਹੀਂ ਹੈ। ਸੋ ਹਿਸ ਲੌਜਿਕ ਇਜ਼, ਤਾਂ ਫਿਰ ਅਸੀਂ ਕਿਸ ਬੇਸਿਸ ਉੱਤੇ ਜਿਹੜਾ ਵੀ ਮਨੁੱਖ ਇਸ ਟੌਪਿਕ ਨੂੰ ਅੱਗੇ ਰੱਖਦਾ ਹੈ ਕਿ ਸਵਰਗ ਹੈ ਜਾਂ ਨਰਕ ਹੈ, ਮਰਨ ਤੋਂ ਬਾਅਦ ਦਾ ਕਨਸੈਪਟ ਹੈ, ਹਾਊ ਹੀ ਕੈਨ ਵੈਲੀਡੇਟ ਇਟ। ਅਸੀਂ ਇਸ ਗੱਲ ਦੀ ਪੁਸ਼ਟੀ ਕਿਵੇਂ ਕਰ ਸਕਦੇ ਹਾਂ? ਜੇ ਮੈਂ ਮਤਲਬ ਜਦੋਂ ਅਸੀਂ ਇੱਕ ਚੀਜ਼ ਦੀ ਗੱਲ ਕਰ ਰਹੇ ਹਾਂ ਕਿ ਫॉर एग्जांपल आई से कि ਤੁਹਾਨੂੰ ਪਤਾ ਹੈ ਦੁਨੀਆ ਦੇ ਵਿੱਚ ਇੱਕ ਜਗ੍ਹਾ ਇਹੋ ਜੀ ਹੈ ਜਿੱਥੇ ਧਰਤੀ ਔਰ ਆਸਮਾਨ ਮਿਲ ਜਾਂਦੇ ਨੇ, ਐਗਰੀਡ। ਬਟ ਇੱਕ ਸਿਆਣਾ ਮਨੁੱਖ ਜਾਂ ਇੱਕ ਬੱਚਾ ਪੁੱਛੇਗਾ ਕਿ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਉਹ ਕਿਹੜੀ ਜਗ੍ਹਾ ਤੇ ਮਿਲ ਰਹੇ ਨੇ, ਤਾਂ ਕੋਈ ਬੰਦਾ ਕਹੇ ਕਿ ਮੈਂ ਤੇ ਜਾ ਕੇ ਦੇਖਿਆ ਨਹੀਂ ਹੈ, ਬਸ ਇੰਜ ਸੁਣਿਆ ਹੀ ਹੈ। ਸੋ ਆਈ ਬਲੀਵ ਅਸੀਂ ਜਦੋਂ ਦੁਨੀਆ ਦੇ ਵਿੱਚ ਆਪਣੇ ਅੰਦਰ ਨੂੰ ਆਪਣੇ ਆਪ ਨੂੰ ਅਵੇਅਰ ਨਹੀਂ ਕਰਦੇ ਹਾਂ, ਅਸੀਂ ਅੰਦਰੋਂ ਜਾਗਦੇ ਨਹੀਂ ਹਾਂ, ਤੇ ਆਈ ਥਿੰਕ ਅਸੀਂ ਇਹ ਸਾਰੇ ਕਨਸੈਪਟਸ ਨੂੰ ਬਦੋ ਬਦੀ ਮੰਨ ਲੈਂਦੇ ਹਾਂ ਤੇ ਅਸੀਂ ਉਹਦੇ ਨਾਲ ਇਹ ਭੁੱਲ ਜਾਂਦੇ ਹਾਂ ਕਿ ਰਾਈਟ ਨਾਓ ਦਾ ਕੁਐਸਚਨ ਇਜ਼, ਜਿਵੇਂ ਵੀਰ ਜੀ ਨੇ ਕਿਹਾ ਕਿ ਮੇਰਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ ਨੂੰ ਮੈਂ ਹੁਣੇ ਕਿਵੇਂ ਜੀ ਰਿਹਾ, ਐਮ ਆਈ ਐਟ ਪੀਸ। ਆਈ ਥਿੰਕ ਬੜਾ ਹੀ ਸਿੰਪਲ ਜੇ ਕੁਐਸਚਨ ਸਾਡੇ ਵਾਸਤੇ ਪਰਸਨਲ ਲੈਵਲ ਤੇ ਬਣਦੇ ਨੇ ਕਿ ਮੈਂ ਸਕੂਨ ਵਿੱਚ ਹਾਂ, ਕਿ ਮੈਂ ਜਿਵੇਂ ਡੀਲਿੰਗ ਕਰਦਾ ਉਸ ਤੋਂ ਬਾਅਦ ਲੋਕੀ ਮੈਨੂੰ ਸੁੱਖ ਉਹ ਚੀਜ਼ ਮੈਨੂੰ ਸੁੱਖ ਦਿੰਦੀ ਹੈ, ਕਿ ਜਿਵੇਂ ਦੀ ਮੈਂ ਜ਼ਿੰਦਗੀ ਜੀ ਰਿਹਾ ਔਰ ਲੋਕਾਂ ਨਾਲ ਆਪਣਾ ਵਰਤਾਵ ਕਰ ਰਿਹਾ ਮੈਨੂੰ ਉਹਦਾ ਕੀ ਰਿਜ਼ਲਟ ਮਿਲਦਾ ਹੈ, ਕਿ ਲੋਕੀ ਚਾਹੁੰਦੇ ਨੇ ਕਿ ਮੈਂ ਉਹਨਾਂ ਕੋਲ ਜਾ ਕੇ ਬੈਠਾਂ, ਉਹਨਾਂ ਦੀ ਕਨਵਰਸੇਸ਼ਨ ਦਾ ਹਿੱਸਾ ਬਣਾ। Means till now I think the world is teaching an art how we can be a billionaire, how we can, I think today's world is, it's a different world altogether। ਜਦੋਂ ਮੈਂ ਆਪਣੇ ਬੇਟੇ ਨੂੰ ਦੇਖਦਾ ਜਾਂ ਮੈਂ ਅੱਜ ਦੇ ਯੰਗਸਟਰਸ ਨੂੰ ਦੇਖਦਾ, I think ਸਾਡੀ ਵੋਕੈਬਲਰੀ, ਸਾਡੇ ਗੱਲ ਕਰਨ ਦਾ ਤਰੀਕਾ, ਸਾਡੇ ਚੈਲੰਜਸ ਬਹੁਤ ਡਿਫਰੈਂਟ ਹੋਣਗੇ। ਹੁਣੇ ਜਦੋਂ ਸਾਨੂੰ ਵਿਚਾਰ ਕਰਨੀ ਪਏਗੀ ਤਾਂ ਸਾਨੂੰ ਸਾਡੀ ਵਿਚਾਰ ਦੇ ਵਿੱਚ ਆਈ ਥਿੰਕ ਕੋਈ ਬੰਦਾ ਵਰਤ ਨਹੀਂ ਡਿਸਕਸ ਕਰੇਗਾ, ਕੋਈ ਬੰਦਾ ਪੰਟਾਈ ਦੀ ਗੱਲ ਨਹੀਂ ਕਰੇਗਾ, ਕੋਈ ਬੰਦਾ ਕਰਮ ਕਾਂਡਾਂ ਦੀ ਗੱਲ ਨਹੀਂ ਕਰੇਗਾ, ਬਿਕੋਜ਼ ਟੁਡੇ nobody is doing all these rituals, honestly speaking। everybody is going through a different set of life, ਜਿਹਦੇ ਵਿੱਚ ਹਾਂ ਲੋਕਾਂ ਨੂੰ ਡਿਪਰੈਸ਼ਨ ਹੈ, ਲੋਕਾਂ ਨੂੰ ਲੋਨਲੀਨੈਸ ਹੈ, ਲੋਕਾਂ ਨੂੰ ਇਕੱਲਾਪਨ ਤੰਗ ਕਰਦਾ ਹੈ, ਲੋਕਾਂ ਨੂੰ ਮੈਂਟਲ ਅਨਸਟੇਬਿਲਿਟੀ ਹੈ, ਲੋਕਾਂ ਕੋਲ ਗ੍ਰੈਟੀਟਿਊਡ ਦੀ ਕਮੀ ਹੁੰਦੀ ਜਾ ਰਹੀ ਹੈ। ਅਸੀਂ ਸਾਰੇ ਇਸ ਸਿਸਟਮ ਦੇ ਪਾਰਟ ਬਣੇ ਹੋਏ ਹਾਂ। ਬਟ ਜਦੋਂ ਵੀ ਅਸੀਂ ਇਸ ਪ੍ਰੋਗਰਾਮ ਉੱਤੇ ਗੱਲ ਕਰਦੇ ਹਾਂ ਜਾਂ ਆਪਸ ਵਿੱਚ ਸਾਂਝ ਕਰਦੇ ਹਾਂ ਤਾਂ I think it gives us an opportunity to look in ourselves and to create a better environment for everyone। So I think ਹੁਣ ਮੈਂ ਜ਼ਰੂਰ ਇਹ ਚਾਹਾਂਗਾ ਕਿ ਵੀਰ ਜੀ ਵੀ ਸਾਡੇ ਨਾਲ ਇਸ ਗੱਲ ਬਾਰੇ ਡਿਸਕਸ ਕਰਨ ਕਿ ਜੋ ਇੱਕ I think, ਔਰ ਅਗਰ ਅਸੀਂ ਹਿੰਦੀ ਦੇ ਵਿੱਚ ਵੀ ਕਰ ਸਕਦੇ ਹਾਂ ਇਸ ਬਾਰੇ ਵੀਰ ਜੀ ਸਾਡੇ ਨਾਲ ਸ਼ੇਅਰ ਕਰਨ ਤੇ I think ਮੈਸੇਜ ਦਾ ਬਹੁਤ ਬੈਨੀਫਿਟ ਹੋ ਸਕਦਾ ਹੈ ਕਿ what he thinks about ਸਵਰਗ ਨਰਕ ਜੋ ਮਰਨ ਤੋਂ ਬਾਅਦ ਵਾਲੀ ਸਾਰੀ ਥਿਉਰੀ ਹੈ ਉਹਦੇ ਬਾਰੇ ਵੀਰ ਜੀ if he can give us more idea about how we can take it। ਅਮਨ ਜੀ, ਸਾਰੇ ਪ੍ਰੋਗਰਾਮ ਵਿੱਚ ਅਸੀਂ ਡਿਸਕਸ ਕੀਤਾ ਹੈ ਕਿ ਗੁਰਬਾਣੀ ਮਰਨ ਤੋਂ ਬਾਅਦ ਵਾਲੇ ਕਨਸੈਪਟ ਨੂੰ ਨਹੀਂ ਮੰਨਦੀ ਹੈ। ਸਵਰਗ ਨਰਕ ਦੇ ਸਵਰਗ ਨਰਕ ਹੈਲ ਔਰ ਹੈਵਨ ਵਾਲੇ ਕਨਸੈਪਟ ਨੂੰ ਨਹੀਂ ਮੰਨਦੀ ਹੈ, ਪਰ ਸਾਨੂੰ ਜੀਂਦੇ ਜੀ ਸਮਝਾਉਂਦੀ ਹੈ ਕਿ ਜਿਹੜੀਆਂ ਟਰਮਸ ਨੇ ਇਹ ਟਰਮਸ ਐਟ ਪ੍ਰੈਜ਼ੈਂਟ ਹਾਊ ਇਟ ਇਜ਼ ਹੈਪਨਿੰਗ ਔਨ ਯੂ, ਹੈ ਨਾ। ਤਾਂ ਜੇ ਇਹ ਹੈਪਨਿੰਗਸ ਨੂੰ ਅਸੀਂ ਸਮਝ ਸਕੀਏ ਕਿ ਐਟ ਪ੍ਰੈਜ਼ੈਂਟ ਮੈਂ ਆਪਣੇ ਆਪ ਨੂੰ ਉਸ ਨਰਕ ਵਿੱਚ ਪਾਇਆ ਹੋਇਆ, ਤਾਂ ਫਿਰ ਮਰਨ ਵਾਲੇ ਬਾਅਦ ਵਾਲੀ ਥਿਊਰੀ ਦੇ ਬਾਰੇ ਸਾਡਾ
इंटरेस्ट खत्म हो जाएगा ना, मरण तो बाद वाले नरक का डर भी खत्म हो जाएगा, और मरण तो बाद वाले स्वर्ग के बदले एट प्रेजेंट मैं स्वर्ग बनावांगा। राइट, करेक्ट। हाउ टू कन्विंस योर मन? हाँ जी, हाउ टू कन्विंस योर मन? देखो, मन आप ते मूर्ख है, मन मूर्ख होने दे नाल इग्नोरेंट भी है। ਜਿਹੜਾ ਅਸੀਂ 15 ਅਗਸਤ ਦਾ ਸੈਮੀਨਾਰ ਕੀਤਾ ਹੈ ਉਹਦੇ ਵਿੱਚ ਸਮਝਿਆ ਸੀ ਨਾ ਕਿ ਜੈਸੀ ਮੇਰੀ ਸੁਰਤ ਫੁਰਨੇ ਲੈ ਕੇ ਆਂਦੀ ਹੈ, ਮਨ ਫੁਰਨਿਆਂ ਦਾ ਘਰ ਹੈ ਨਾ, ਤਾਂ ਆਪਣੀ ਸੁਰਤ ਦਾ ਐਂਟੀਨਾ ਫਿਕਸ ਅਪ ਕਰਨਾ ਪਏਗਾ ਨਾ, है ना? करेक्ट। सुरत दा एंटेना फिक्सअप करके ही मन ठीक होएगा। पर जे मेरी सुरत लगी ही नेगेटिव से है तो मेरा मन ते उहदे विच खुश है। देखो असी सैमीनार जिहड़ा आ रहे हैं ना, उस सैमीनार विच असी यही डिस्कस करना है कि वाई डोंट वी लिसन इनर वॉइस। सेकंड, वाई कांट वी लिसन इनर वॉइस, राइट? थर्ड, if I don't listen the inner voice, मैं केड़ी हेलिश लाइफ चो लंघ रहा, ए अपनी रीडिंग इंट्रोस्पेक्शन में पड़चोल करांगा ना, yes, ता अपना हेल, अपना नरक, अपनी चितराई सियाणफ वाली जेड़ी मेरी जीवनी दे नाल, जिदे नाल मैं पल पल शरीरक डेथ तो डर रहा, बहुत सियाणप जम का भाव व्यापै। ਜਿਹੜੀ ਨਾ ਅੱਜ ਕੋਵਿਡ ਦੇ ਕਾਰਨ ਸਾਡੀ ਇੱਕ ਦੂਜੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਔਰ ਮਾਸਕ ਲਗਾਉਣ ਵਾਲੀ ਜਿਹੜੀ ਪ੍ਰੀਕਾਸ਼ਨ ਹੈ, ਉਹਦੇ ਬਦਲੇ ਸਾਡੀ ਜਿਹੜੀ ਮਨਾਂ ਦੀ ਦੂਰੀ ਬਣ ਗਈ ਹੈ ਨਾ, ਇਹ ਮਨਾਂ ਦੀ ਦੂਰੀ ਇसीलिए बनी है क्योंकि ਅਸੀਂ टीवी ਤੇ खबरें सुनिया कोरोना होने से मर जाते हैं। सो साडे आस-पास या किसी बारे पता लग जाए ए बंदे नूं बुखार चढ़िया, हजारां सालों तो बुखार चढ़दा है, जिन्हों पता लग जाए बंदे ने निछ मार दी है, हजारां सालों तो निछां आंदियां ने, जुकाम भी आ जाता है। किथे भी बैठे हो सारे जी देखते ना, ये कोई अछूत आ गया है, बंदा तो अछूत नहीं होता ना, स्टिग्मा शुरू हो गया ना, yes, ना ए बहुत सियाणप जम का व्यापे शुरू हो गया। हर जुकाम निछा नक पूंजन वाले दा, जिन्हों जरा जा श्वास की तकलीफ शुरू हुई, जिन्हों जरा जा बुखार चढ़ गया, सारे ने कोविड ही रख लिया ना। क्यों? क्योंकि मैं ना मर जाऊं, इसलिए इसे दूर भाग जाओ। मैं ना मर जाऊं, बहुत सियाणप जम का भाव व्यापे है ना, yes, अपने आप से नहीं भाग पा रहा। स्टिग्मा दूजिया नाल कर रहा, अछूत मैं हाँ, करेक्ट, अनटचेबल ते मैं हो गया वहां। yes, मैनू लोभ सता रहा, मन का सूतक लोभ है। जेबा सूतक कूड़, मेरी जेबा, मेरी जीभ खराब हो गई है, मेरी टंग खराब हो गई है। हुण मेरा मन मान ही नहीं रहा, क्योंकि मेरी सुरत हमेशा वो भैड़े भैड़े ख्यालों ते गई है, पास ते गई है, रिवंज लैण ते गई है। ए सुरत गई है ना, तै मन किवें मन्ने? इनू निज कर दी इनर वॉइस सुननी पड़ेगी कि अपनी सुरत का एंटीना फिक्स करो, तुम्हारा सारा स्क्रीन क्लियर हो जाएगा टीवी का। फिर वो सूरत किवें फिक्स होएगी? हाँ जी, फिर मतलब आई एम रियली ऑनेस्टली आस्किंग यू कि एक जुआरी जिहड़ा जुआ खेलदा है या एक ड्रग्स वाला जिहड़ा ड्रग्स पींदा हैगा, at some point you want to leave it and move forward, but जेड़ा
अमन जी जेड़ा अपनी ख्वारी महसूस करेगा, अपना नरक देखेगा, वो छुटनेगा ना। जेड़ा नरक नू स्वर्ग समझ रहा आज दे टॉपिक विच, वो तो खुश है। विष्टा का कीड़ा विष्टा माए समाए। विष्टा के कीड़े नू तुसी उतों बाहर कड्डो तो फिर मुड़ के विष्टा अंदर चला जाता है ना। कट के देख लो। तो जेड़ा अपनी अपनी ख्वारी, अपना अपसेट, अपना सारा नरक देख ही नहीं पा रहा, देखना चाहता ही नहीं है क्योंकि ही इज हैप्पी। हाँ, बट जे देख लवे तो उन्होंने जो बेनिफिट्स होंगे उन्होंने बारे सोचेगा। फिर सुरत जिथे जाए भईए भला कहिए वल जाएगा। वरना ओदी सुरत, मन दी सुरत नेगेटिव्स वाल जाके, नेगेटिव्स पकड़ के मन पंखी पे हो उड़ उड़ दैदिस जाए। जो जैसी संगत मिले सो तैसो फल खाए। वो वाला फल खाता है, उन्हें पसंद है। देखो इत्थे अमेरिका, न्यूयॉर्क, मेरा एक फ्रेंड है, मैं उसका नाम नहीं लैंदा पब्लिकली। मैं उन्होंने कहता सी कि तू है गुरुद्वारा पॉलिटिक्स नहीं करन जांदा मैं, तां कहंदा नहीं मैं ते सेवा करनी है। तो मैं उन्होंने एग्जाम्पल समझा रहा सी कि यह सेवा ना सब तो पहला आप गुरबाणी पढ़ के अपने आप नू ठीक करना है। गुर सेवो कर नमस्कार, गुर की सेवा करो दिन रात। तो पहला उसकी जीवन जांच असी मैं ते सीख लवां ना, फिर करन चला जाई। यू आर गोइंग टू फिक्स अप द मैनेजमेंट सिस्टम के गुरु की सेवा। तो मंदा नहीं सी। तो मैं उन्हें क्या, एक दिन इसी जगह तो तू कहेगा मैं ये किया वो किया, इन्होंने सारे मेरा ये किया वो किया, ते अल्टीमेटली तू उस उत्थे जेड़ा झगड़ा होया उस झगड़े की काउंटिंग करता होया गुरुद्वारे तो अपने घर वाल जाएगा। ही कुड नॉट सी दिस। उन्हें मजा आ रहा सी। बट आफ्टर 2-3 years जी सॉरी आई एम इंटरप्टिंग, बट उसी किवें कह सकते कि ਉਹਨੂੰ ਮਜ਼ਾ ਆ ਰਿਹਾ ਸੀ। मतलब जदों तुसी भी प्रधान बनो और मैं भी प्रधान बना और मैं तुहाडी निंदा शुरू करा और प्रूव करने की कोशिश करा आई एम बेटर इन मैनेजमेंट देन यू, तो मनु इहदे च मजा आ रहा ना। तुहाडे मोढे ते झड़ के तुहाडी पत्त ला के तुहाडी निंदा करके मनु मजा आ रहा ना। वो इस गेम विच पै गया इलेक्शन दी। तो फिर वो जित भी गया, जित गया तो उन माइक ते ऐसिया गल्लां करन दा होर स्वाद आन लग पिया। फिर संगतां ने उन्होंने वाह वाह की, वाह भी वाह, यू आर ग्रेट। फिर होर अपने ही नैगेटिव दे नाल, अपने ही नैगेटिव दे कारण सानू स्वाद आना शुरू होता है। ते असी एक शब्द पढ़े थे, तुरदे को तुरदा मिले, उड़ते को उड़ता, जीवते को जीवता मिले, मुए को मुआ। वो मुए ख्यालों वाले सानू मिल जाते हैं। उन्होंने उसकी वडियाई की थी। वो माइक पकड़ पकड़ के रोज बोलन लग पिया, रोज सारे डोमीनेट करन लग पिया, रोज सेवादार तो लैके सारे मैनिपुलेट करन लग पिया। होया ना दुखी हो। ते जदों वो गड़बड़ हो गई तो गड़बड़ तो बाद वो मैं उन्होंने पूछया तुसी अजकल गुरुद्वारे नहीं जाते? कहंदा नहीं मैं नहीं जाता अजकल। उन्होंने मेरे नाल ये किया वो किया। मैं क्या यही तो मैं सीन तेन दिखा रहा सी कि ए ख्वारी तू महसूस ते कर, पर उस वेले अपना स्वाद आ रहा सी उन्होंने। जेड़ा ख्वारी महसूस ही ना करे अमन जी, ओनू ते कोई नहीं समझा सकता। ओनू जदों घर वोटी समझाएगी वोटी नू चुप करा देगा। जिन्हां दियां वोटियां इस तरह करदियां ने उन्हां नू पति समझाएगा
ਤੇ ਉਹ ਕਹਿਣਗੀਆਂ ਕਿ ਤੁਸੀਂ ਵਿਮਨ ਨਾਲ ਡਿਸਕ੍ਰਿਮੀਨੇਸ਼ਨ ਕਰ ਰਹੇ ਹੋ। ਜਿਨ੍ਹਾਂ ਦੇ ਸੱਸ ਸਹੁਰਾ ਸਮਝਾਉਣਗੇ ਉਹ ਕੋਈ ਹੋਰ ਉਹ ਉਲਟਾ ਸਿੱਧਾ ਬਲੇਮ ਲਗਾ ਦੇਣਗੇ, ਕਿਉਂਕਿ ਆਪਣੇ ਨੈਗੇਟਿਵ ਦਾ ਨਰਕ ਬਣਾ ਕੇ ਉਹਦੇ ਸਵਾਦ ਆਉਂਦਾ ਨਾ। ਹਾਂ, ਆਪਣੇ ਨੈਗੇਟਿਵ ਦੇ ਕਾਰਨ ਲੱਭੀਏ ਕਿ ਮੈਂ ਅਪਸੈਟ ਕਿਉਂ ਹਾਂ, ਮੈਨੂੰ ਖੁਆਰੀ ਕਿਉਂ ਹੈ। ਮੈਂ ਆਪਣੀ ਗੱਲ ਮਨਵਾ ਕੇ ਗੱਲ ਤੇ ਮਨਵਾ ਲੈਂਦਾ ਪਰ ਦੁਖੀ ਹੁੰਦਾ, ਤਾਂ ਮੈਨੂੰ ਗੱਲ ਨਹੀਂ ਮਨਵਾਣੀ। How you come to that conclusion ਕਿ ਮੈਨੂੰ ਹੁਣ ਉਹ ਗੱਲ ਨਹੀਂ ਮੰਨੂ? How to ਆਪਣੀ ਖੁਆਰੀ ਕਰ, ਹਾਂ ਆਪਣੀ ਖੁਆਰੀ ਕਰਕੇ ਦੇਖੋ ਨਾ। ਤੁਹਾਡੀ ਕਾਰ ਬਾਹਰ ਖੜੀ ਹੈ, ਉਹਨੂੰ ਉਹ ਮੁੰਡਾ ਸਾਫ਼ ਕਰਨ ਆਉਂਦਾ ਹੈ, ਜਦੋਂ ਉਹਨੇ ਸਾਫ਼ ਨਹੀਂ ਕੀਤੀ, ਜਾਂ ਉਹ ਤਨਖਾਹ ਮੰਗਣ ਆਇਆ ਤੇ ਜਾਂ ਉਹਨੇ ਆ ਕੇ ਦੀਵਾਲੀ ਰੱਖੜੀ ਤੇ ਤੁਹਾਨੂੰ ਕਿਹਾ 5000 ਦੇ ਦਿਓ, ਮੈਨੇ ਗਾँव ਜਾਣਾ ਹੈ, ਉਸ ਵੇਲੇ ਫਿਰ ਤੁਸੀਂ ਉਹਦੀ ਪੱਤ ਲਾਓਗੇ ਕਿ ਨਹੀਂ ਲਾਓਗੇ? ਲਾਵਾਂਗੇ, ਹੈ ਨਾ? ਲਾ ਲਓ। ਪੈਸੇ ਵੀ ਤੁਹਾਡੇ ਕੋਲ ਨੇ, ਮਾਲਕ ਵੀ ਤੁਸੀਂ ਉੱਤੇ ਲਾ ਲਓ। ਜੇ ਤੁਹਾਨੂੰ ਇਸ ਤਰ੍ਹਾਂ ਆਪਣੀ ਕਾਰ ਸਾਫ਼ ਕਰਾਉਣ ਨਾਲ ਤੁਹਾਡਾ ਸਵਰਗ ਬਣਦਾ ਹੈ, ਤੇ ਸਾਰਿਆਂ ਨੇ ਸਵਰਗ ਬਣਾਇਆ ਹੈ ਕਿ ਨਰਕ ਬਣਾਇਆ ਹੈ? ਵੀ ਆਲ ਆਰ ਇਨ ਹੈਲ। ਹਰ ਵੇਲੇ ਵਰਲਡ ਵਾਰ ਵਿੱਚ ਹਾਂ ਕਿ ਨਹੀਂ ਆ? ਗਲੀ ਗਲੀ ਰੋਡ ਰੇਜ ਹੋ ਰਹੀ ਕਿ ਨਹੀਂ ਹੋ ਰਹੀ? ਹੈ ਨਾ? ਤਾਂ ਤੁਸੀਂ ਉਹ ਗਾਰਡ ਨੂੰ ਵੀ ਇੰਜ ਕਰੋਗੇ, ਆਪਣੇ ਡਰਾਈਵਰ ਨੂੰ ਵੀ ਇੰਜ ਕਰੋਗੇ, ਤੇ ਆਪਣਾ ਗਲੀ ਮੁਹੱਲੇ ਦਾ ਗੇਟ ਖੋਲਣ ਵਾਲੇ ਨੂੰ ਵੀ ਇੰਜ ਕਰੋਗੇ। ਇਹਦਾ ਨਾਂ ਤੁਸੀਂ ਸਵਰਗ ਰੱਖਿਆ ਹੋਇਆ। ਤੁਸੀਂ ਨਹੀਂ, ਮੀਨਸ ਅਸੀਂ ਸਾਰਿਆਂ ਨੇ ਆਪਣੀ ਬਾਤ मनवा लेना बाय हुक और क्रुक इज नॉट स्वर्ग। हाँ, पर उसमें खुश रहना तो ठीक है। ਇੰਡੀਆ ਮੈਨੂੰ ਸਾਰੇ ਕਹਿੰਦੇ ਸੀ, ਉਹ ਭੁਪਿੰਦਰ ਸਿੰਘ ਜੀ ਤੁਸੀਂ ਤੇ ਅਮਰੀਕਾ ਤੋਂ ਆਏ ਹੋ, ਇੱਥੇ ਤਾਂ ਫੈਕਟਰੀਆਂ ਵਿੱਚ ਜਾਂ ਘਰਾਂ ਵਿੱਚ ਨੌਕਰਾਂ ਚਾਕਰਾਂ ਨੂੰ ਗਾਲਾਂ ਕੱਢ ਕੇ ਬੁਰੇ ਉੱਚੇ ਬੋਲ ਨਾ ਬੋਲੋ ਤਾਂ ਤੱਕ ਉਸੇ ਤਰ੍ਹਾਂ ਕੰਮ ਨਹੀਂ ਕਰਦੇ। ਉਹ ਕੰਮ ਕਰਾ ਲਓ, ਗਾਲਾਂ ਕੱਢ ਕੇ ਕਰਾ ਲਓ। काम हो गया, गाला काट लिया, ओके, तनख्वाह काट ली, पनिश कर दिया, उसको निकाल दिया नौकरी से। आप करोड़ों कमा लिए, तो करोड़ों कमा के कोई मरने के बाद स्वर्ग वाली तो प्रॉपर्टी मिलेगी नहीं कहीं। बट एट प्रेजेंट वी आर इन नर्क। ਇਹ ਜਿਹੜੀ ਖੁਆਰੀ ਹੈ ਨਾ, ਆਪਣੀ ਦੇਖ ਪਾਣਾ, ਮੈਨੂੰ ਆਪਣਾ ਕਹਾ ਨਹੀਂ ਮਨਵਾਣਾ, ਮਨੂੰ ਇਹ ਰਾਜਗੁਣ ਦਾ ਨਰਕ और ਇਹ नरकपाती होवत स्वान वाला जिसके अंतर राजवंश हो नरकपाती हो स्वान मनु नहीं करना। जेड़े करते ने वो डोमिनेट करते हैं। देख लो करके। साडी जीवन दा टास्क ये है कि मैं फैक्ट्री चलानी है गालां कट कट के, तो मेरा स्वभाव बिगड़ जाएगा। बट उस टाइम बंदे ਨੂੰ ਨਹੀਂ ਲੱਗਦਾ ਨਾ that how I will sustain in this world, that as sustain करके अपना नरक तैयार करके सारे करते रहे ने। संत का मार्ग धर्म की पौड़ी को वडभागी पाए। अपने आप को वडभागी जे बनाना है, फॉर्चूनेट जे बनाना है, लक्की जे बनाना है, वड्डे भागा वाला जे बनाना है, तो फिर आइडियल्स की पौड़ी ते चढ़ना पड़ेगा। आइडियल्स की पौड़ी ते चढ़ना मेरी चॉइस होनी चाहिए है, मेरी चॉइस नहीं है, ठीक है। साडी चॉइस नहीं होगी, असी टीवी देख लांगे, असी सीरियल्स देख लांगे, असी खबरां सुन लांगे, असी ड्रामे देख लांगे, असी होर किताबां पढ़ लांगे, पर आइडियल्स दी कोई भी मैसेज लैण वाली संगत ते असी करांगे ही नहीं ना। then fine, चॉइस इंडिविजुअल दी अपनी है। तां कहंदे ने दद्दा दोष न देव किसे, दोष कर्मा अपने, जो मैं किया सो मैं पाया, दोष न दीजिए वर्जना। इफ यू आर दुखी देन डोंट लॉन्च दिस कंप्लेंट, शिकायत ना कर।
थैंक यू विजय। ਅਮਨ ਜੀ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ, ਮੈਂ ਵੀ ਪਰਫੈਕਟ ਨਹੀਂ ਹਾਂ, ਮੈਨੂੰ ਜੋ ਇਸ ਹਨੇਰੇ ਵਿੱਚ ਮੋਇਆ ਹੋਇਆ ਚੂਹਾ ਨਜ਼ਰ ਆ ਰਿਹਾ, ਮੈਂ ਉਹਦੇ ਬਾਰੇ ਡਿਸਕਸ ਕਰ ਰਿਹਾ। हाँ, but I think when you deal with people and when you're living the life, then at times you're just there, but the way you respond, you're not 100% convinced, but then you cannot means I think that you can say it's escapism, it's justification, but us vele, that's what I'm trying to ask you ki how to convince yourself or how to be in that moment that you're able to safeguard yourself. देखो जे ख्वारी महसूस कर रहे हैं तो मेरा सेफगार्ड किना तो होना चाहिए, ईवल थॉट्स तो या सड़क पे जो छुरा लेके घूम रहे हैं उन्हें तो Evil thoughts तो ना, खंजर की क्या मजाल जो तुझे घायल कर सके, तेरे अपने ही ख्याल हैं जो तू घायल हुए जा रहा है। तब मैं वो तो सड़क पे मनु मिलेगा नहीं मिलेगा चाकू लेके फिरन वाला, पर मैं अपने ख्यालां ते दिन रात तुक तुक उठन पास हो रहा ना मेरा हो रहे, तो फिर अपनी प्रोटेक्शन पहला करांगे ना। अपनी प्रोटेक्शन करना पैर सिर पाव सेवक जन मेले हुंदा है। अपनी प्रोटेक्शन करना प्रेम पटोला अपनी मत उत्ते पाना हुंदा। प्रेम पटोला तैं शायद दिता टक्कण को पत मेरी कंपनी किना नाल है, केड़े ख्यालां नाल है, अकॉर्डिंग टू दैट मैं अपने ऑफिस या अपने समाज विच बंदे लब लांगा। मेरी कंपनी शो करेगी मैं किना नाल उठता बैठता हाँ। पहला मेरा मन सुरत करके कंपनी करदा है, फिर मैनू पता लगता है कि मैं केड़े बंदियां नाल उठता बैठता हाँ। वो बंदियां तो प्रोटेक्शन करनी है या पहला वो नेगेटिव ख्यालों तो अपनी प्रोटेक्शन करनी है। नेगेटिव ख्याल बस जे नेगेटिव ख्यालों दी तो प्रोटेक्शन में अपनी नहीं की तब मैं भैड़े ख्यालों दी संगत विच बैठना शुरू कर दिंदा हाँ। बैड कंपनी फिर मैं वैसे ही बंदे लब लैंदा, उड़ते को उड़ता मिले, जीवते को जीवता, मुए को मुआ मिले, नहीं तुरदे को तुरदा मिले, उड़ते को उड़ता, जीवते को जीवता ते मुए को मुआ। मैं मुए ख्यालों वाले उड़ने ख्यालों वाले नाल उठना बैठना शुरू कर दिंदा। एक फादर ने मैनू कंप्लेंट की, अमन जी एक फादर ने मैनू कंप्लेंट की कि मेरा जिहड़ा पुत्र है वो मेरे कोलों लाखां रुपए लै जांदा है ते मैं उन्होंने कदे नहीं पूछता, मैं लाड प्यार करदा अपने पुत्र नूं, राइट। और ओदा पुत्र IPL दा मैच दी शर्तां लगांदा है, ताकि फादर नूं कहंदा 14 लाख दे दो। 14 लाख क्यों दे दो? उन्हें आज IPL दी शर्तां ला दित्तियां, बैट खेडी ना उस पुत्र ने, राइट। तब फादर ओनू बैट खेडन तो रोकेगा या ओनू पहला जिहड़ा पहला ख्याल आया सी उस तो समझाएगा? बैट खेलन तो रोकेगा। वाह जी वाह, जिहड़ा ख्याल पहला आया ओनू बैट खिडांदा है, राइट। सो ख्याल तो पहला प्रोटेक्शन होगी ना। ख्याल करके बैड कंपनी कर ली, अब बाई एनी मीन्स मनी चाहिए, तब फादर ने उन्हें 14 लाख 2-3 बारी दे दिते। चौथी बारी उन्हें पता ही किया, फादर ने दसे बगैर एक प्रॉपर्टी बेच दी। ख्याल नहीं ना रुके, ख्याल तो प्रोटेक्शन नहीं ना हुई। यस। तो ओदी चॉइस है कि मैं संत का मार्ग पे चलना चाहता ही नहीं हूं। विजय, आई थिंक यू कैन गिव अ लॉजिक कि वो 14 लाख दी बार-बार वो कर रहा है ता ही इज इन फेवर ऑफ दैट, बट मैं कह रहा कि हाउ मींस इफ हाउ टू
ਮੇਕ ਯੋਰਸੈਲਫ, ਅਗਰ ਉਹ ਬੈਟ 14 ਲੱਖ ਦੀ ਮੈਂ ਲਗਾਣਾ ਤਾਂ ਅਮਨਪ੍ਰੀਤ ਸਿੰਘ ਕਿਵੇਂ ਇਹ ਆਪਣੇ ਆਪ ਨੂੰ ਕਨਵਿੰਸ ਕਰੇ ਕਿ ਇਟ ਇਜ਼ ਨਾਟ ਮਾਈ ਕੱਪ ਆਫ ਟੀ, ਤੇ ਇਹ ਕਿਵੇਂ ਇਹ ਇਜ਼ देयर अ ਪੋਸਿਬਿਲਿਟੀ ਕਿ ਮੈਨੂੰ ਉਹ ਖਿਆਲ ਹੀ ਨਾ ਆਵੇ? ਹਾਂ, ਹੋ ਸਕਦਾ। ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਜਦੋਂ ਅਸੀਂ ਸ਼ਲੋਕ ਪੜਿਆ, ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਤਾਂ ਉਹ ਵਾਲਾ ਪਿਆਰ ਔਰ ਕਰੁਣਾ ਨਾਲ ਸਮਝਾਇਆ ਮੈਸੇਜ ਅਸੀਂ ਸੁਣਾਂਗੇ ਨਾ, ਕੁਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਉਹਦੇ ਨਾਲ ਫਾਇਦਾ ਕੀ ਹੁੰਦਾ? ਜੋ ਸ਼ੈਤਾਨ ਵੰਜਾ ਆ, ਜੋ ਭੈੜੇ ਖਿਆਲ ਤੋਂ ਆਪਣੇ ਆਪ ਨੂੰ ਛੁਡਾਇਆ, ਬਚਾਇਆ, ਸਿੱਕਿਤ ਫਿਰ ਅਚਿਤ, ਉਹ ਫਿਰ ਮੁੜ ਕੇ ਉਹ ਸਮਝ ਜਾਏਗਾ ਕਿ ਇਹਦੇ ਨਾਲ ਤੇ ਮੇਰਾ ਇਹ ਨੁਕਸਾਨ ਸੀ, ਇਹਦੇ ਨਾਲ ਤੇ ਮੇਰਾ ਇਹ ਨੁਕਸਾਨ ਸੀ, ਮੈਂ ਇੰਝ ਅਪਸੈਟ ਹੁੰਦਾ ਸੀ। ਵਰਨਾ ਉਹਦੇ ਕੋਲ ਪੈਸੇ ਵੀ ਹੋਣ, ਉਹ ਬੈਟ ਲਗਾ ਵੀ ਸਕਦਾ ਹੋਏ, ਕੋਈ ਰੋਕ ਸਕਦਾ ਉਹਨੂੰ? ਕੋਈ ਨਹੀਂ ਰੋਕ ਸਕਦਾ। ਅਸੀਂ ਸਿਰਫ ਇਹੀ ਸੋਚਦੇ ਹਾਂ ਕਿ बैंक लूटना माड़ी गल है, ऐसा सोचते हैं रास्ते में एक स्त्री जा रही है, उसके हाथ से पर्स छीनना माड़ी गल है। बस इन्हां गल्लां नूं ही असीं माड़ी गल समझिया है ना। तो हर कोई समझदा मैं तो शरीफ आदमी हाँ, असीं तो नहीं करते जी। पर मैं नफरतां करदा हाँ, बदले लैण दी भावना मेरे अंदर रहिंदी है। दिन रात मैं चिंता फिकर विच रहिंदा हाँ, दिन रात मैं निंदा करके क्वैक क्वैक करके लोकां दे अवगुण कढदा रहिंदा। ये अवगुणां बारे तो सानूं बिल्कुल समझ ही नहीं है ना, तां अपनी खुआरी लभ ही नहीं पांदे, लभना चाहते नहीं है, क्योंकि सुरत साडी ईवल्स दे नाल खुश है। IP aunty wants to share something. She's raised her hand. ਹਾਂਜੀ IP ठीक है जी, कोई unmute yourself. कोई शेयरिंग या क्वेश्चंस ਲੈਣੇ ਨੇ ਤਾਂ ਲੈ ਲਓ, ਨਹੀਂ ਤੇ ਸਭ ਦਾ ਸਮਾਂ ਹੋ ਗਿਆ। ਤਾਂ ਤੁਸੀਂ ਹੁਣ ਮੈਕਸਿਮਮ ਉਸ ਪੋਸਟਰ ਨੂੰ ਫਲੋਟ ਕਰ ਲਓ ਜਿਹੜਾ 2 ਅਕਤੂਬਰ ਦਾ ਸੈਮੀਨਾਰ ਉਹਦੇ ਬਾਰੇ ਦੱਸ ਵੀ ਦਿਓ। ਹਾਂਜੀ IP aunty wants to share with you. IP aunty please. ਹਾਂਜੀ मेरी आवाज आ रही है जी? ਹਾਂਜੀ ਹਾਂਜੀ ਆ ਰਹੀ। ओके, मैं थोड़ा स्लो बोल रही हूँ ते बट अमन जी किसी चीज ਨੂੰ ਡਿਗ ਕਰਨਾ ਚਾਹ ਰਹੇ ਨੇ ਤੇ ਮੈਂ ਉਹਦੇ ਵਾਸਤੇ ਥੋੜਾ ਜਿਹਾ 2 ਲਾਈਨਾਂ ਵਿੱਚ ਸਪੋਰਟ ਕਰ ਸਕਦੀ ਹਾਂ। ਬੇਸਿਕਲੀ ਸਾਡੀ ਲਾਈਫ ਜਿਹੜੀ ਹੈ ਉਹ ਸਾਡੇ ਬਿਲੀਫ ਸਿਸਟਮ ਦੇ ਉੱਤੇ ਰਨ ਕਰਦੀ ਹੈ, ਐਂਡ ਮੋਸਟ ਆਫ ਦਾ ਟਾਈਮ ਦਿਸ ਬਿਲੀਫ ਸਿਸਟਮ ਜਿਹੜਾ ਹੈ ਸਾਡੇ ਬਚਪਨ ਦੇ ਪਹਿਲੇ 6-7 ਸਾਲਾਂ ਦੇ ਵਿੱਚ ਘੜਿਆ ਜਾ ਚੁੱਕਾ ਹੁੰਦਾ ਹੈ, ਜਿਹਦੇ ਅਕੋਰਡਿੰਗਲੀ ਸਾਡੀ ਸੁਰਤ ਜਿਹੜੀ ਹੈ ਉਹ ਬਣਦੀ ਹੈ। ਉਸ ਤੋਂ ਬਾਅਦ ਅਸੀਂ ਉਸ ਨੂੰ ਫੋਲੋ ਹੀ ਕਰ ਰਹੇ ਹੁੰਦੇ ਹਾਂ ਤੇ ਜੀਵਨ ਦੇ ਵਿੱਚ ਗਿਆਨਤਾ ਔਰ ਅਗਿਆਨਤਾ ਦੀ ਕਸ਼ਮਕਸ਼ ਦੀ ਲੜਾਈ ਲੜ ਰਹੇ ਹੁੰਦੇ ਹਾਂ। ਜਦੋਂ ਇਹੋ ਜਿਹੀ ਅਵਸਥਾ ਹੋਵੇ ਕਿ ਇਨਸਾਨ ਆਪਣੇ ਆਪ ਨੂੰ ਕਨਵਿੰਸ ਕਰਨਾ ਚਾਹਵੇ ਤਾਂ ਓਨਲੀ ਸਿੰਪਲੈਸਟ ਵੇ ਇਜ਼ ਕਿ ਉਹ ਆਪਣੇ ਬਿਲੀਫ ਸਿਸਟਮ ਨੂੰ ਕਿਵੇਂ ਬਦਲ ਸਕੇ, ਬਿਕਾਜ਼ ਜੀਵਨ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਉਹ ਆਪਣੇ ਆਪ ਦੇ ਨਾਲ ਵੀ ਜ਼ਬਰਦਸਤੀ ਵਿੱਚ ਨਹੀਂ ਕੀਤੀ ਜਾਂਦੀ। ਜੇਕਰ ਅਸੀਂ ਇੱਕ ਵਾਰੀ ਕਰ ਵੀ ਲਾਂਗੇ ਤਾਂ ਫਿਰ ਉਹ ਸੜਕ ਸਾਨੂੰ ਦੁਬਾਰਾ ਬੁਲਾਵਾ ਦੇਗੀ। ਹਾਂ, ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਿਲੀਫ ਸਿਸਟਮ ਨੂੰ ਕਿਵੇਂ ਬਦਲਿਆ ਜਾਵੇ, ਐਂਡ ਉਸ ਦਾ ਪ੍ਰੈਕਟੀਕਲ ਰੂਪ ਹੀ ਲੈਣਾ ਪੈਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਬਾਣੀ ਸਾਨੂੰ ਇੱਕ ਇਹੋ ਜਿਹਾ ਮਨੁੱਖਤਾਈ ਜੀਵਨ ਜੀਣ ਵਾਲਾ ਬਿਲੀਫ ਸਿਸਟਮ ਦਿੰਦੀ ਹੈ। ਹੁਣ ਕਿਸੇ ਮਨੁੱਖ ਨੇ ਗੁਰਬਾਣੀ ਨੂੰ ਪੜ੍ਹਿਆ ਹੈ ਜਾਂ ਨਹੀਂ ਪੜ੍ਹਿਆ, ਪਰ ਉਸਨੂੰ ਆਪਣੇ ਬਿਲੀਫ ਸਿਸਟਮ ਨੂੰ ਕੁਐਸਚਨ ਕਰਨਾ ਪੈਂਦਾ ਹੈ, ਐਂਡ ਜੇਕਰ ਉਹ ਕੁਐਸਚਨ ਕਰਨ ਦੀ ਜ਼ਰੂਰਤ ਕਰ ਬੈਠੇ ਤਾਂ ਹਾਂ, ਅੱਜ ਬਹੁਤ ਸਾਰੇ ਦੁਨੀਆ ਦੇ ਵਿੱਚ ਤਰੀਕੇ ਹਨ
160 ਤੋਂ ਜ਼ਿਆਦਾ ਕੰਟਰੀਜ਼ ਨੇ, ਮੈਨੂੰ ਨਹੀਂ ਪਤਾ, ਜਿੱਥੇ ਹਰ ਬੰਦਾ ਆਪਣੇ ਆਪਣੇ ਲੈਵਲ ਦੇ ਉੱਤੇ ਕੰਮ ਕਰ ਰਿਹਾ ਹੈ ਐਂਡ ਬਿਲੀਫ ਸਿਸਟਮ ਨੂੰ ਬਦਲ ਕੇ ਹੀ ਆਪਣੀ ਚੋਣ ਨੂੰ ਬਦਲ ਸਕਦਾ ਹੈ। ਆਈ ਹੋਪ ਦਿਸ ਹੈਲਪਸ ਟੂ ਅਮਨ ਕਿ ਬਿਨਾਂ ਬਿਲੀਫ ਸਿਸਟਮ ਨੂੰ ਬਦਲੇ ਸਾਰੀ ਲੜਾਈ ਆਪਣੇ ਆਪ ਦੇ ਨਾਲ ਬੇਕਾਰ ਹੈ। ਦਿਸ ਇਜ਼ ਮਾਈ ਪਰਸਨਲ ਵਿਚਾਰ ਐਂਡ ਅੰਡਰਸਟੈਂਡਿੰਗ ਅਬਾਊਟ ਲਾਈਫ। ਥੈਂਕ ਯੂ ਜੀ। Thank you Aipani ji, very rightly said कि साडा belief system ही साडी पूरे body ਦੇ structure ਨੂੰ ਚਲਾਉਂਦਾ ਹੈਗਾ ਤੇ ਗੁਰਬਾਣੀ ਵਿੱਚ ਜਦੋਂ ਸਾਡਾ ਪੂਰਨ ਡੈਡੀਕੇਸ਼ਨ ਔਰ ਪੂਰਨ ਸਮਰਪਣ ਹੁੰਦਾ ਹੈ ਤੇ ਸਾਡਾ belief system ਗੁਰੂ ਦੇ ਨਾਲ ਅਲਾਈਨ ਕਰ ਜਾਂਦਾ, ਜਿਹਦੇ ਨਾਲ ਸਾਡੀ ਹਰ ਕੰਮ ਗੁਰੂ ਦੇ ਵਿਚਾਰ ਦੇ ਔਰ ਗਿਆਨ ਦੇ ਹਿਸਾਬ ਨਾਲ ਚੱਲਦਾ ਹੈਗਾ। So very well explained and very in brief you have explained it very nicely. So before we wind up the class, ਸਾਡੇ ਨਾਲ ਬੰਬੇ ਤੋਂ ਰਿੰਪਲ ਭੈਣ ਜੀ ਹੈਗੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ, ਉਹਨਾਂ ਨੇ ਇੱਕ ਅਨਾਉਂਸਮੈਂਟ ਕਰਨੀ ਹੈ ਜਿਹੜੀ ਜੀਵਨ ਜਾਂਚ ਇੱਕ ਗਰੁੱਪ ਹੈ ਚਲਾ ਰਹੇ ਨੇ, ਜਿਹਦੇ ਵਿੱਚ ਬੱਚਿਆਂ ਤੇ ਬਹੁਤ ਮਿਹਨਤ ਹੋ ਰਹੀ ਹੈ, ਗਰਾਊਂਡ ਲੈਵਲ ਤੇ ਕੰਮ ਹੋ ਰਿਹਾ ਹੈ, ਜਿਹਦੇ ਵਿੱਚ ਬੱਚੇ ਗੁਰਮੁਖੀ ਵੀ ਸਿੱਖ ਰਹੇ ਨੇ, ਗੁਰਬਾਣੀ ਵੀ ਸਿੱਖ ਰਹੇ ਨੇ ਔਰ ਗੁਰਮਤ ਸੰਗੀਤ ਵੀ ਸਿੱਖ ਰਹੇ ਨੇ। ਸੋ ਮੈਂ ਰਿੰਪਲ ਭੈਣ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਨ ਤੇ ਜਿਹੜੀ ਇੱਕ ਉਹਨਾਂ ਨੇ ਪੋਸਟਰ ਮੈਨੂੰ ਸ਼ੇਅਰ ਕੀਤਾ ਹੈਗਾ ਉਹਨਾਂ ਦਾ, ਜਿਹੜੀ ਪੰਜਾਬੀ ਦੀ ਹੋਰ ਨਵੇਂ ਬੈਚਸ ਸਟਾਰਟ ਹੋਣੇ ਨੇ, ਉਹਦੇ ਬਾਰੇ ਪਲੀਜ਼ ਅਨਾਉਂਸ ਕਰੋ। ਹਾਂਜੀ ਭੈਣ ਖਾਲਸਾ ਜੀ ਫਤਿਹ ਵੀਰ ਜੀ। ਪਹਿਲੇ ਵੀਰ ਜੀ ਦਾ ਬੈਨਰ ਉਹ ਪੋਸਟਰ ਕਰ ਦੇਣਾ ਸੀ, ਵੀਰ ਜੀ ਕਹਿ ਰਹੇ ਸੀ ਕਿ ਮੈਂ ਲਾਸਟ ਵਿੱਚ ਕਰ ਲਾਂਗਾ, ਤੁਸੀਂ ਕਰੋ ਪਲੀਜ਼, ਕੈਰੀ ਔਨ। ਥੈਂਕ ਯੂ ਵੀਰ ਜੀ, ਆਈ ਟੇਕ 2 ਮਿੰਟਸ। ਸਾਰੀ ਸੰਗਤ ਨੂੰ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਹਮੇਸ਼ਾ ਤੋਂ ਸਪੋਰਟ ਕਰਦੇ ਆ ਰਹੇ ਹੋ ਵੀਰ ਜੀ ਵੀ ਔਰ ਸਾਰੀ ਟੀਮ ਵੀ ਜੀਵਨ ਜਾਂਚ ਨੂੰ, ਕਿਉਂਕਿ ਅਸੀਂ ਇਕੱਠੇ ਮਿਲ ਕੇ ਕਰੇ, ਕਿਉਂਕਿ ਸਾਡਾ ਸਭ ਦਾ ਮੋਟਿਵ ਇਹ ਹੈ ਕਿ ਸਾਡਾ ਧਰਮ ਹੈ ਆਪਣੇ ਫਰਜ਼ਾਂ ਦੀ ਪਛਾਣ ਔਰ ਕਿਸ ਤਰ੍ਹਾਂ ਅਸੀਂ, ਜਿਵੇਂ ਹੁਣੇ ਆਂਟੀ ਨੇ ਬਹੁਤ ਸੋਹਣਾ ਬੋਲਿਆ ਕਿ ਜੇ ਅਸੀਂ ਉਹ 4 ਤੋਂ 7 ਸਾਲ ਦੀ ਉਮਰ ਤੇ ਸਾਡੀ ਸਕ੍ਰਿਪਟ ਬਣ ਜਾਂਦੀ ਹੈ, ਜਿਹਨੂੰ ਅਸੀਂ ਲਾਈਵ ਸਕ੍ਰਿਪਟ ਕਹਿੰਦੇ ਹਾਂ, ਜਿਸ ਤਰ੍ਹਾਂ ਦਾ ਸਰਾਊਂਡਿੰਗਸ ਦੇਖਦਾ ਉਸ ਤਰ੍ਹਾਂ ਦਾ ਸਾਡਾ ਸੁਰਤ ਬਣ ਜਾਂਦੀ ਹੈ। ਐਂਡ ਦੈਨ ਇਵਨ ਸਾਈਕੋਲੋਜੀ ਸੇ ਕਿ ਉਸ ਦੇ ਬਾਅਦ ਜੋ ਅਸੀਂ ਆਫਟਰ 13 ਯੂਥ ਤੋਂ ਬਾਅਦ ਜੋ ਅਸੀਂ ਰਿਐਕਸ਼ਨਸ ਕਰਦੇ ਹਾਂ ਉਹ ਲਾਈਵ ਸਕ੍ਰਿਪਟ ਦੇ ਅਕੋਰਡਿੰਗ ਹੁੰਦਾ ਹੈ, ਬਟ ਅਸੀਂ ਉਹਨੂੰ ਚੇਂਜ ਕਰ ਸਕਦੇ ਹਾਂ ਕਿਦੋਂ, ਜਦੋਂ ਅਸੀਂ ਆਪਣੀ ਸਵੈ ਪਰਚੋਲ ਸੈਲਫ ਇੰਟਰੋਸਪੈਕਸ਼ਨ ਕਰਾਂਗੇ ਨਾ, ਅਸੀਂ ਗੁਰਬਾਣੀ ਦੇ ਥਰੂ, ਜਦੋਂ ਅਸੀਂ ਦੇਖਾਂਗੇ ਕਿ ਇਹ ਤੇ ਓਪੀਨੀਅਨ ਸੀ, ਇਹ ਰਿਐਲਿਟੀ ਨਹੀਂ ਸੀ, ਜੋ ਓਪੀਨੀਅਨ ਸੀ ਕਿ ਨਹੀਂ discrimination between female and male, right? So it was this opinion of the people. But ਜਦੋਂ reality ਨਾ ਅਸੀਂ ਜੀਣਾ ਸ਼ੁਰੂ ਕਰਾਂਗੇ, ਜੋ ਅੱਜ ਦੇ ਬੱਚੇ ਮੈਂ ਦੇਖ ਰਹੀ ਹਾਂ are so logic, they like logical questions ਪੁੱਛਦੇ ਹਨ, ਰੀਜ਼ਨਿੰਗ ਪੁੱਛਦੇ ਹਨ, reality ਨਾ ਜੀਂਦੇ ਹਨ, ਮਜ਼ਾ ਆ ਜਾਂਦਾ ਹੈ। ਤੇ ਅੱਜ ਅਸੀਂ ਆਪਣੇ ਆਪ ਨੂੰ ਚੇਂਜ ਕੀਤਾ ਹੈ ਐਂਡ ਡੈਫੀਨੇਟਲੀ ਜੇ ਅਸੀਂ ਇਸ ਤਰ੍ਹਾਂ ਜੀਣਾ ਸ਼ੁਰੂ ਕਰ ਦਾਂਗੇ ਤੇ we can see a change। ਇਹ ਜੋ ਸਾਨੂੰ belief system change ਕਰਾਂਗੇ ਨਾ ਤੇ ਸਾਡੇ consequence ਵੀ change ਹੋ ਜਾਣਗੇ। ਜੋ ਸਾਨੂੰ trigger ਹੁੰਦਾ ਹੈ ਨਾ, it is just due to a belief system. So rightly she said, and same way I would like to announce from ਜੀਵਨ ਜਾਂਚ ਕਿ ਇਹ ਜੋ ਜੀਵਨ ਜਾਂਚ ਦੀਆਂ ਕਲਾਸਾਂ ਜੋ ਅਸੀਂ 1.5 ਸਾਲ ਤੋਂ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਗੁਰਮੁਖੀ ਔਰ ਬੜੀ ਛੋਟੀ ਉਮਰ ਤੋਂ ਅਸੀਂ ਗੁਰਬਾਣੀ ਦਾ ਸੀਡ ਪਾ ਰਹੇ ਹਾਂ। ਸਿਰਫ ਗੁਰਬਾਣੀ ਦਾ ਸੀਡ ਮਤਲਬ ਇਹ ਨਹੀਂ ਕਿ ਸਿਰਫ ਪੰਕਤੀ ਕਰਾਤੀ, ਰੱਟੇ ਮਾਰ ਦਿੱਤਾ, ਚਲੇ ਗਏ, ਨਹੀਂ। ਬਹੁਤ ਮਿਹਨਤ ਪੂਰੀ ਟੀਮ, ਮੈਂ ਕਹਾਂਗੀ ਕਿ ਇਸ ਟੀਮ ਵਰਕ ਆਫ एवरीवन, ਜਸਮੀਤ ਵੀਰ ਜੀ, ਭੁਪਿੰਦਰ ਵੀਰ ਜੀ, ਪੂਰੀ ਜੀਵਨ ਜਾਂਚ ਦੀ ਟੀਚਰਸ, ਕਿ ਇਹ ਜੋ ਵੀਰ ਜੀ ਨੇ ਕਿਤਾਬਾਂ ਲਿਖੀਆਂ, ਮੈਂ ਪਰਸੋਂ ਵੀਰ ਜੀ ਨਾਲ ਗੱਲ ਕਰੀ ਸੀ, ਵੀਰ ਜੀ ਤੁਹਾਡੀ ਕਿਤਾਬਾਂ ਤਾਂ ਮੇਰੇ ਕੋਲ ਵਰਡਸ ਨਹੀਂ ਹੈ, ਮੇਰੇ ਕੋਲ ਲਿਟਰਲੀ ਵਰਡਸ ਹੈ। ਮੈਂ ਕਹਿੰਦੀ ਹਾਂ ਘਰ ਵੀ ਜੀਵਨ ਜਾਂਚ ਦਾ ਜਿਤਨਾ ਬੱਚਾ ਨਾ, ਸਾਰਿਆਂ ਦੇ ਘਰ ਵੀਰ ਜੀ ਦੀਆਂ ਕਿਤਾਬਾਂ ਪਹੁੰਚ ਜਾਣਗੀਆਂ, ਆਰਟੀਕਲਸ ਪਹੁੰਚ ਜਾਣਗੇ ਨਾ, ਤੇ ਕਿਉਂਕਿ ਉਹਨਾਂ ਦਾ ਇਹ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਪਾਵਰ ਕਿੱਥੋਂ ਮਿਲਣਗੇ। ਜੋ ਰਿੰਪਲ ਮੈਮ ਤੁਸੀਂ ਇਹ ਜੋ ਮੰਗਲਾਚਰਨ ਕਰਾਇਆ ਹੈ ਰੱਬੀ ਗੁਣ ਵੀਰ ਜੀ ਦੀ ਬੁੱਕ ਤੋਂ, ਇਹ ਕਿੱਥੋਂ ਮਿਲਿਆ ਤੁਹਾਨੂੰ? ਤੇ ਮੇਰੇ ਮੂੰਹ ਤੋਂ ਇਹੀ ਨਿਕਲਦਾ ਹੈ ਵੀਰ ਭੁਪਿੰਦਰ ਸਿੰਘ ਜੀ ਦੀ ਬੁੱਕ। ਇਹ ਨਹੀਂ ਮੈਂ ਇੱਥੇ ਖੁਸ਼ ਕਰਨ ਆਈ ਹਾਂ ਕਿਸੇ ਨੂੰ, ਬਿਕੋਜ਼ ਆਈ ਐਕਸਪੀਰੀਅੰਸ, ਇਹ ਮੇਰੇ ਦਿਲੋਂ ਹੈ ਕਿ ਮੈਂ ਅੱਜ ਵੀ ਸਵੇਰੇ ਸ਼ਾਮ ਕਲਾਸ ਤੇ ਬੋਲਿਆ ਕਿ ਨਹੀਂ, ਸੈਮੀਨਾਰਸ ਅਟੈਂਡ ਕਰੋ, ਇਹਨਾਂ ਦੀ ਬੁੱਕਾਂ ਲੈ ਲਓ, ਸ਼ੁਰੂ ਕਰ ਦਿਓ ਬਸ, ਤੁਸੀਂ ਯੂ ਵਿਲ ਸੀ ਦ ਯੂ ਟਰਨ ਇਨ ਯੋਰ ਲਾਈਫ 100%। because I experience that this है कि मैं पूरे 100% ना कह सकती कि yes you can get a U-turn, क्योंकि ये जो पावर था बीजी दी किताबा तो ही समझ लेंगे, और जहाँ जो सारी संडे और सैटरडे की क्लास आज चलती पी है इतने मिलेंगे। So yes, जीवन जांच is again back with new batches which is going to ਅਸੀਂ ਜਿਹੜੇ form ਕੱਲ issue ਕਰਨ ਜਾ ਰਹੇ ਹਾਂ ਸ਼ਾਮੀ 6 ਵਜੇ,
जुझार वीर जी, अपने लिविंग ट्रेजर दे पुष्पिंदर वीर जी, सारी टीम जिन्ने सारी संगत बैठी है, अगर तिनका से अपने फ्रेंड्स नो, रिलेशंस वाले नो, नियर डियर वंस तुसी अगर स्प्रेड कर दोगे कि 3 साल तो लेके 8 साल का भी बच्चा दा बैच चल रहा है, उस तो ऊपर कोई लिमिट नहीं है। 80 साल दे 75 साल दे भी है जिन्होंने गुरबानी पढ़ी है, बट दे जॉइन, ते जिन्होंने गुरमुखी और जा गुरबानी रूट्स नाल मूल नाल जुड़ना है दे कैन जॉइन। होर भी बहुत स्पिरिचुअल क्लासेस हो रही हैं जीवन जाते, जो भी है तुसी सारे वैबसाइट पे जाओ और जो भी सेवा लेना चाहते हो तुसी लवो, और जो भी तुसी समाज में देना चाहते दे सकते हो। वी ऑल आर हियर टू सर्व द सोसाइटी। सो इन्ना का कह के जो भी कल फॉर्म दे लिंक्स हैं वो तुहानू कल वैबसाइट ते जां जिथे जिथे वीर जी पाएंगे असीं सारे स्प्रेड करांगे। वी आर जस्ट ओपनिंग द फॉर्म फॉर 10 days and we are going to start a batch on 17th of October. 10th October is the orientation. So all the information you will get tomorrow from the website. So again, मैं वीर भुपिंदर सिंह जी दा, लिविंग ट्रेजर दा दिलों धन्यवाद करते हैं कि इन्हां दे दुखा तो बिना, ए विचारा तो बिना मैं जीवन जांच नहीं कर सकती हाँ। और लिटरली थैंक्स वीर जी दा, जसमीत वीर जी दा, जो असीं संडे दी क्लासां करदे आ कि ले के असीं बस वंड दे। सो थैंक यू अगेन सारी टीम दा। वाहिगुरू जी का खालसा, वाहिगुरू जी की फतेह। धन्यवाद जी, बहुत बहुत धन्यवाद। ਤੁਹਾਡਾ ਜਿਹੜਾ ਐਫਰਟ ਹੈਗਾ ਇਟਸ ਕਮੈਂਡੇਬਲ। ਮੈਨੂੰ ਪਤਾ ਕਿ ਅੱਜ ਸਵੇਰ ਤੇ ਤੁਸੀਂ ਕਲਾਸਿਸ ਲੈ ਰਹੇ ਹੋ 1-on-1 ਰੈਗੂਲਰਲੀ, ਐਂਡ ਥੈਂਕਸ ਫॉर ਜੁਆਇਨਿੰਗ ਇਨ ਅਗੇਨ। ਸੋ ਕੀਪ ਡੂਇੰਗ ਦ ਗੁੱਡ ਵਰਕ। ਐਂਡ ਇੱਕ ਹੋਰ ਅਨਾਉਂਸਮੈਂਟ ਹੈਗੀ ਹੈ, ਵੀਰ ਜੀ ਦੀ ਕੱਲ ਇੱਕ ਪ੍ਰੋਗਰਾਮ ਹੈਗਾ ਜਿਹੜਾ ਸਵੇਰੇ 5 ਵਜੇ ਇੰਡੀਅਨ ਟਾਈਮ ਤੇ ਸ਼ੁਰੂ ਹੋਏਗਾ, 5:30 ਇੰਡੀਅਨ ਟਾਈਮ ਤੇ। ਇਹ ਅਮਰੀਕਾ ਦਾ ਇੱਕ ਗਰੁੱਪ ਹੈਗਾ, ਉਹਦੇ ਵਿੱਚ ਵੀਰ ਜੀ ਨੇ ਟੌਪਿਕ ਲੈਣਾ ਹੈਗਾ ਗੁਰਬਾਣੀ ਦਾ ਤੱਤ ਕਿਵੇਂ ਲੱਭੀਏ। ਸੋ ਉਹਦਾ ਲਿੰਕ ਮੈਂ ਆਪ ਜੀ ਨਾਲ ਜ਼ੂਮ ਦਾ ਚੈਟ ਵਿੱਚ ਸ਼ੇਅਰ ਕਰ ਦਿੱਤਾ ਹੈ। ਯੂ ਕੈਨ ਜਸਟ ਕਾਪੀ ਇਟ ਐਂਡ ਸਵੇਰੇ 5:30 ਵਜੇ ਪ੍ਰੋਗਰਾਮ ਇੰਡੀਅਨ ਟਾਈਮ ਤੇ ਆਏਗਾ। 5 AM 5:30 AM ਮੈਂ ਗਲਤੀ ਨਾਲ 5 AM ਲਿਖ ਦਿੱਤਾ, ਬਟ ਇਟਸ 5:30 AM ਇੰਡੀਅਨ ਟਾਈਮ। ਉਸ ਤੋਂ ਇਲਾਵਾ ਜਿਹੜਾ ਸਾਡਾ ਸੈਮੀਨਾਰ ਹੈਗਾ ਉਹਦੇ ਬਾਰੇ ਆਲਰੇਡੀ ਵੀਰ ਜੀ ਵੀ ਸ਼ੇਅਰ ਕਰ ਚੁੱਕੇ ਨੇ ਔਰ ਪੁਸ਼ਪਿੰਦਰ ਵੀਰ ਜੀ ਨੇ ਵੀ ਸ਼ੇਅਰ ਕੀਤਾ ਸੀਗਾ। ਸੋ ਜਿਹੜਾ ਇਨਰ ਵੌਇਸ ਉੱਤੇ ਸਾਡਾ ਸੈਮੀਨਾਰ ਹੈ, ਇਨਰ ਵੌਇਸ ਇਜ਼ ਗॉड्स ਵੌਇਸ। ਸਾਡੇ ਅੰਦਰ ਦੀ ਆਵਾਜ਼ ਸਾਨੂੰ ਨੇਕੀ ਵੱਲ ਪ੍ਰੇਰਿਤ ਕਰਦੀ ਹੈ। ਇਸ ਆਵਾਜ਼ ਨੂੰ ਸੁਣ ਕੇ ਅਸੀਂ ਕਿਵੇਂ ਲਾਹਾ ਲੈ ਸਕਦੇ ਹਾਂ, ਵੀਰ ਭੁਪਿੰਦਰ ਸਿੰਘ ਜੀ ਇਸ ਬਾਰੇ ਸਾਡੇ ਨਾਲ ਨੈਕਸਟ ਵੀਕ 2 ਅਕਤੂਬਰ ਸੈਟਰਡੇ ਨੂੰ ਸ਼ਾਮੀ 5 PM ਇੰਡੀਅਨ ਟਾਈਮ ਤੇ ਸਾਂਝ ਕਰਨਗੇ। ਸੋ ਸਾਡੀ ਕਲਾਸ ਨਹੀਂ ਹੋਏਗੀ, ਸਾਡਾ ਸੈਮੀਨਾਰ 5 ਵਜੇ ਹੀ ਸ਼ੁਰੂ ਹੋਏਗਾ। ਸੋ ਆਲ ਆਰ ਰਿਕੁਐਸਟਡ ਟੂ ਸ਼ੇਅਰ ਦਿਸ ਕ੍ਰੀਏਟਿਵ on their social media ताकि मैक्सिमम लोगों तक पहुंचे। ते यही प्रोग्राम साडा Zoom ते अलावा YouTube पे भी साडे लिविंग ट्रेजर दे YouTube चैनल ते भी लाइव आएगा। सो जेडे Zoom ते नहीं ज्वाइन कर सकते वो YouTube ते भी इनू देख सकते ने। सो ए कुछ अनाउंसमेंट्स ਹਨ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਅਸੀਂ ਇੰਟਰੋਡਿਊਸ ਕੀਤੀ ਹੈਗੀ ਹੈ ਜਿਹੜੀ ਮੈਂ ਆਪ ਜੀ ਨਾਲ ਆਲਰੇਡੀ ਸਾਂਝ ਪਾਈ ਸੀ। ਉਹ ਹੈਗੀ ਹੈ ਸਾਡਾ ਇੱਕ ਲਿੰਕ ਅਸੀਂ ਕ੍ਰੀਏਟ ਕੀਤਾ ਜਿਹਦੇ ਵਿੱਚ ਤੁਸੀਂ ਲਿੰਕ ਦੇ ਨਾਲ ਸਾਡੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਇਕੱਠੇ ਐਕਸੈਸ ਕਰ ਸਕਦੇ ਹੋ। ਮੈਂ ਲਿੰਕ ਇਹਦਾ ਤੁਹਾਡੇ ਨਾਲ ਸਾਂਝ ਕੀਤਾ ਹੈ, ਇਸ ਤੇ ਤੁਸੀਂ ਕਲਿੱਕ ਕਰ ਸਕਦੇ ਹੋ, ਰਾਈਟ ਸਾਈਡ ਚੈਟ ਦੇ ਵਿੱਚ ਹੈਗਾ ਤੇ ਇਹਦੇ ਨਾਲ ਤੁਸੀਂ ਸਾਡੇ ਸਾਰੇ ਹੀ ਲਿੰਕਸ ਇੱਕ ਕਲਿੱਕ ਤੇ I'll show you the preview ਮੈਂ ਤੁਹਾਨੂੰ ਦਿਖਾਣਾ ਹੈਗਾ ਕਿਸ ਤਰ੍ਹਾਂ ਹੈਗਾ। I'll just wait. ਇਹ ਸਾਡਾ ਇੱਕ ਲਿੰਕ ਬਣਿਆ ਜਿਹੜਾ लिंक खरीदे होते हैं YouTube, website, Facebook, Instagram, Twitter. If you want to donate for the cause, you can even click on this link and सीधा तुसी donation वाले पेज से साड़ी contribution वाले पेज से चले जाओगे। So ਅਸੀਂ ਕ੍ਰੀਏਟ ਕੀਤਾ ਸੋ that ਤੁਹਾਨੂੰ ਕੋਈ ਦਿੱਕਤ ਨਾ ਹੋਏ ਇਨ ਫਿਊਚਰ ਕਿ ਕਦੀ ਵੀ ਤੁਸੀਂ ਕੋਈ ਵੀ ਲਿੰਕ ਲਿਵਿੰਗ ਟ੍ਰੈਜਰ ਦਾ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਯੂ ਕੈਨ ਜਸਟ ਗੋ ਔਨ ਅ ਕਲਿੱਕ ਐਂਡ ਇੱਥੋਂ ਸਿੱਧਾ ਤੁਸੀਂ ਲਿਵਿੰਗ ਟ੍ਰੈਜਰ ਦੇ YouTube ਪੇਜ ਤੇ ਜਾਂ Facebook ਪੇਜ ਤੇ ਜਾਂ ਸਾਰੇ ਸੋਸ਼ਲ ਮੀਡੀਆ ਪੇजेस ਨੂੰ ਐਕਸੈਸ ਕਰ ਸਕਦੇ ਹੋ। ਸੋ ਦਿਸ ਇਜ਼ ਫॉर योर ਕਨਵੀਨੀਅੰਸ ਤੇ ਲਿੰਕ ਮੈਂ ਆਪ ਜੀ ਨਾਲ ਚੈਟ ਵਿੱਚ ਸਾਂਝ ਕੀਤਾ ਹੈਗਾ। ਸੋ ਅੱਜ ਦਾ ਸਾਡਾ ਸਮਾਂ ਹੋ ਗਿਆ ਤੇ ਅਸੀਂ ਬਹੁਤ ਧੰਨਵਾਦੀ ਹੈਗੇ ਵੀਰ ਜੀ ਦੇ ਕਿ ਉਹਨਾਂ ਨੇ ਸਾਡੇ ਨਾਲ ਇੰਨੇ ਸੌਖੇ ਲਫ਼ਜ਼ਾਂ ਨਾਲ ਸਾਡੇ ਅੰਦਰ ਦਾ ਨਰਕ ਸਾਨੂੰ ਦਿਖਾਇਆ ਹੈਗਾ ਕਿ ਸਾਡੇ ਮਨ ਦੀ ਅਵਸਥਾ ਸਾਡੀ ਸੋਚ ਨਹੀਂ ਸਾਡਾ ਨਰਕ ਔਰ ਸਵਰਗ ਬਣਾਉਂਦੀ ਹੈਗੀ ਹੈ। ਸੋ ਗੁਰੂ ਸਾਹਿਬ ਵੀ ਕਹਿੰਦੇ ਨੇ ਸੁਖ ਦੁੱਖ ਇਸ ਮਨ ਕੀ ਬਿਰਥਾ। ਅੰਦਰ ਦੇ ਜੇ ਅੰਦਰ ਸਾਨੂੰ ਪੋਜ਼ਿਟਿਵਿਟੀ ਹੈਗੀ ਹੈ ਔਰ ਸੋਚ ਸਾਡੀ ਅੱਛੀ ਹੈਗੀ ਹੈ ਤੇ ਅਸੀਂ ਉੱਥੇ ਹੀ ਆਪਣੇ ਸਵਰਗ ਔਰ ਨਰਕ ਦੀ ਅਨੁਭੂਤੀ ਕਰਦੇ ਹਾਂ ਜੀਂਦੇ ਜੀ। ਸੋ ਗੁਰਬਾਣੀ ਸਾਨੂੰ ਜੀਂਦੇ ਜੀ ਮੁਕਤੀ ਬਾਰੇ ਸਮਝਾਉਂਦੀ ਹੈ। ਬੜੇ ਸਾਰੇ ਟੌਪਿਕਸ ਇਹਦੇ ਨਾਲ ਰਿਲੇਟਡ YouTube ਤੇ ਸਾਡੇ ਹੈਗੇ ਨੇ ਤੇ ਜਿਹੜਾ ਸਵੇਰੇ ਔਰ ਸ਼ਾਮ ਦਾ ਪ੍ਰੋਗਰਾਮ ਅਸੀਂ YouTube ਤੇ ਦੇਖਦੇ ਹੈਗੇ ਆ
ਪਲੀਜ਼ ਕੀਪ ਵਾਚਿੰਗ them। ਸਵੇਰੇ 9 ਵਜੇ ਸ਼ਾਰਟ ਵੀਡੀਓਜ਼ ਆਉਂਦੇ ਨੇ ਤੇ ਸ਼ਾਮੀ 5 ਵਜੇ ਜਿਹੜਾ ਲੌਂਗ ਵੀਡੀਓ ਆਉਂਦਾ ਹੈਗਾ 1.5 ਘੰਟੇ ਦਾ ਜਾਂ 2 ਘੰਟੇ ਦਾ ਸੈਮੀਨਾਰ ਹੁੰਦਾ। ਉਹਨਾਂ ਨੂੰ ਪਲੀਜ਼ ਫੋਲੋ ਕਰੋ, ਉਹਨਾਂ ਨੂੰ ਲਾਈਕ ਐਂਡ ਸ਼ੇਅਰ ਕਰੋ ਸੋ ਦੈਟ ਇਹ ਮੈਕਸਿਮਮ ਮੈਸੇਜ ਗੁਰਬਾਣੀ ਦਾ ਵਰਲਡ ਵਾਈਡ ਫੈਲੇ। ਸੋ ਮੈਂ ਵੀ ਜੀ ਨੂੰ ਰਿਕੁਐਸਟ ਕਰਾਂਗਾ ਇੱਕ ਵਾਰੀ ਸੰਗਤਾਂ ਨਾਲ ਫਤਿਹ ਦੀ ਸਾਂਝ ਕਰ ਲਈ, ਫਿਰ ਇਸ ਕਲਾਸ ਨੂੰ ਵਾਈਂਡ ਅਪ ਕਰਾਂਗੇ। ਵੀਰ ਜੀ ਹਾਂਜੀ ਜੀ। हाँ जी, बहुत अच्छा जी, थैंक यू, थैंक्स फॉर शेयरिंग रिंपल जी, एंड थैंक्स फॉर शेयरिंग सॉरी थोड़ा कैमरा नहीं आ रहा, कैमरा ऑफ है। हाँ जी प्लीज। हाँ जी, थैंक यू रिंपल जी, थैंक्स फॉर शेयरिंग। और जुझार जी ते इंद्रपाल जी ने कैनेडा तो की शेयरिंग, उन्होंने भी मैं धन्यवादी हाँ। ਤੇ ਅੱਜ ਅਮਨ ਜੀ ਨੇ ਬੜੀ ਸੋਹਣੀ ਐਕਸਰਸਾਈਜ਼ ਕੀਤੀ। ਮੈਨੂੰ ਪਤਾ ਨਹੀਂ ਉਹਦਾ ਆਨਸਰ ਕਰਨਾ ਆਇਆ ਕਿ ਨਹੀਂ ਆਇਆ, ਪਰ ਲਾਸਟ ਟਾਈਮ ਵੀ ਜਿਸ ਤਰ੍ਹਾਂ ਉਹ ਖੁਸ਼ੀ ਕੌਰ ਜੀ ਨੇ ਸ਼ੇਅਰਿੰਗ ਕੀਤੀ ਸੀ, ਇਸ ਤਰ੍ਹਾਂ ਦੀ ਸ਼ੇਅਰਿੰਗ ਦੇ ਨਾਲ ਸਾਨੂੰ ਹੋਰ ਆਪਣੇ ਬਾਰੇ ਗਹਿਰਾਈ 'ਚ ਉਤਰਨਾ ਪੈਂਦਾ ਆਪਣੀ ਇੰਟਰੋਸਪੈਕਸ਼ਨ ਵਾਸਤੇ। ਸੋ ਅਮਨ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਇੰਨਾ ਉਹਨੂੰ ਹੀ ਟਰਾਈਡ ਹਿਜ਼ ਬੈਸਟ ਕਿ ਵੀ ਅਸੀਂ ਹੋਰ ਡੀਪਰ ਜਾ ਸਕੀਏ ਤੇ ਆਪਣਾ ਨਰਕ ਹੀ ਅਸੀਂ ਪਛਾਣਨਾ ਤੇ ਸਭ ਦਾ ਧੰਨਵਾਦ ਹੈ। ਤੇ ਤੁਸੀਂ ਹੁਣ ਸਾਰੇ 2 ਅਕਤੂਬਰ ਜ਼ਰੂਰ ਯਾਦ ਰੱਖਣਾ ਤੇ ਆਪਣੇ ਸਾਰੇ ਪਰਿਵਾਰਕ ਮੈਂਬਰਸ ਨੂੰ ਵੀ ਨਾਲ ਲੈ ਕੇ ਅਸੀਂ ਸਾਰੇ ਦੇ ਸਾਂਝ ਕਰਾਂਗੇ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਖੁਦਾ ਹਾਫਿਜ਼, ਗੁੱਡ ਨਾਈਟ। ਥੈਂਕ ਯੂ।